ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਸਿੱਖ ਚੈਨਲ ਦੀ ਟੀਮ ਪਹੁੰਚੀ ਹੈ ਗੁਰੂ ਨਾਨਕ ਦਰਬਾਰ ਗੁਰਦੁਆਰਾ ਗ੍ਰੇਵਜੈਂਟ। ਸਿੱਖ ਜਿੱਥੇ ਵੀ ਗਿਆ, ਸੱਤਾਂ ਸਮੁੰਦਰਾਂ ਤੋਂ ਪਾਰ ਦੁਨੀਆ ਦੇ ਕੋਨੇ-ਕੋਨੇ ਤੇ ਬੜੀਆਂ ਮੱਲਾਂ ਮਾਰੀਆਂ ਇਹਨਾਂ ਨੇ। ਗੁਰੂ ਨਾਨਕ ਦਾ ਸਿਧਾਂਤ ਕਾਇਮ ਰੱਖਿਆ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਗੁਰੂ ਪਿਆਰਿਓ, ਬੜੀ ਖੁਸ਼ੀ ਦੀ ਗੱਲ ਆ, ਗੁਰੂ ਨਾਨਕ ਦੇ ਸਿਧਾਂਤ ਨੂੰ ਕਾਇਮ ਰੱਖਦਿਆਂ ਜਿੱਥੇ ਸਿੱਖ ਗਿਆ, ਸਭ ਤੋਂ ਪਹਿਲਾਂ ਇਹਨਾਂ ਨੇ ਗੁਰੂ ਘਰ ਬਣਾਇਆ ਤੇ ਫਿਰ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ। ਗੁਰੂ ਨਾਨਕ ਨੇ ਕੋਈ ਕਸਰ ਨਹੀਂ ਛੱਡੀ, ਝੋਲੀਆਂ ਭਰ ਦਿੱਤੀਆਂ। ਇਹੀ ਕਾਰਨ ਹੈ ਕਿ ਸਿੱਖ ਵਰਲਡ ਦੇ ਉੱਤੇ ਛਾਇਆ ਪਿਆ ਹੈ। ਸਿੱਖਾਂ ਨੇ ਆਪਣਾ ਨਾਮਣਾ ਖਟਾਇਆ ਹੈ। ਸੋ ਨੌਜਵਾਨ ਹੁਣ 2020 ਚੜ੍ਹ ਗਿਆ ਹੈ। 2020 ਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਕਿ ਵਰਲਡ ਦੇ ਵਿੱਚ ਗੁਰੂ ਪਿਆਰਿਓ ਨੌਜਵਾਨ ਜਿਹੜੇ ਆ ਕਮੇਟੀਆਂ ਦੇ ਵਿੱਚ ਅੱਗੇ ਆ ਰਹੇ ਆ। ਸਾਡੇ ਜਿਹੜੇ ਬਜ਼ੁਰਗ ਸੀ, ਸਾਡੀ ਜਿਹੜੀ ਸੰਗਤ ਸੀ, ਉਹਨਾਂ ਦਾ ਸੁਪਨਾ ਪੂਰਾ ਹੋ ਰਿਹਾ ਹੈ। ਕਿਉਂਕਿ ਆਪਾਂ ਇਹ ਕਹਿੰਦੇ ਆਏ ਹਾਂ ਕਿ ਬੱਚੇ ਅੱਗੇ ਨਹੀਂ ਆਉਂਦੇ, ਬੱਚੇ ਹੀ ਆਪਣਾ ਧਨ ਆ, ਬੱਚੇ ਸਾਂਭ ਲਏ ਤੇ ਆਪਾਂ ਸਭ ਕੁਝ ਸਾਂਭ ਲਿਆ। ਔਰ ਇਹ ਉਹਨਾਂ ਨੂੰ ਦਾਤ ਬਣਦੀ ਹੈ, ਉਹਨਾਂ ਨੂੰ ਸਲੂਟ ਆ ਬਜ਼ੁਰਗਾਂ ਨੂੰ ਜਿਹੜੇ ਇਹਨਾਂ ਨੌਜਵਾਨਾਂ ਨੂੰ ਜਿਹੜੇ ਆ ਅੱਗੇ ਲਿਆ ਰਹੇ ਆ। ਅਤੇ ਵਾਗਡੋਰ ਜਿਹੜੀ ਆ ਇਹ ਗੁਰਦੁਆਰਿਆਂ ਦੀ ਇਹਨਾਂ ਦੇ ਹੱਥ ਫੜਾ ਰਹੇ ਆ। ਅਤੇ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਪਾਰਲੀਮੈਂਟ ਦੇ ਵਿੱਚ ਵੀ ਸਾਡਾ ਨੌਜਵਾਨ ਅੱਜ ਕੱਲ੍ਹ ਬੜੀ ਕੋਸ਼ਿਸ਼ ਦੇ ਨਾਲ ਆ ਰਿਹਾ ਵਾ ਇਲੈਕਸ਼ਨ ਦੇ ਵਿੱਚ। ਔਰ ਸੰਗਤਾਂ ਜਿਹੜੀਆਂ ਵਾ ਉਹ ਵੀ ਇਹਨਾਂ ਨੂੰ ਜਿਤਾ ਕੇ ਅੱਗੇ ਭੇਜਦੀਆਂ ਪਾਰਲੀਮੈਂਟ ਦੇ ਵਿੱਚ। ਜੇ ਸਾਡਾ ਕੋਈ ਨੁਮਾਇੰਦਾ ਆਊਗਾ ਅਤੇ ਸਾਡੀ ਗੱਲ ਜਿਹੜਾ ਵਾ ਕਰੂਗਾ। ਸੋ ਤਰਨਮਨਜੀਤ ਸਿੰਘ ਜੀ ਢੇਸੀ ਜੀ ਦੀ ਜਾਗਦੀ ਮਿਸਾਲ ਆ, ਬੀਬੀ ਪ੍ਰੀਤ ਕੌਰ ਗਿੱਲ ਅਤੇ ਹੋਰ ਵੀ ਹਰਜੀਤ ਸਿੰਘ ਸਾਜਨ ਵਰਗੇ ਅਮਰੀਕਾ ਦੇ ਵਿੱਚ ਵੀ ਦੁਨੀਆ ਭਰ ਦੇ ਵਿੱਚ ਸਿੱਖ ਜਿਹੜਾ ਵਾ ਉਹ ਗੁਰੂ ਨਾਨਕ ਦੀ ਉੱਤੇ ਕਿਰਪਾ ਵਾ। ਅਤੇ ਅੱਜ ਉਹਨਾਂ ਹੀ ਸਿੱਖਾਂ ਵਿੱਚੋਂ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਨੌਜਵਾਨ ਸਿੱਖ ਦੀ, ਜਿੱਥੇ ਕਿ ਉਹ ਆਪਣੀ ਜੋਬ ਦੇ ਵਿੱਚ ਉਹਨੇ ਮਾਰ ਕੇ ਮਾਰਿਆ। ਹਰ ਥੋੜ੍ਹੇ ਸਮੇਂ ਬਾਅਦ ਕਦੀ ਕੈਨੇਡਾ, ਕਦੀ ਅਮਰੀਕਾ, ਕਦੀ ਕਿਤੇ, ਕਿਉਂਕਿ ਜੋਬ ਜਿਹੜੀ ਹੈ ਬੜੀ ਤਗੜੀ ਹੈ ਇਹਨਾਂ ਦੀ, ਇੰਸ਼ੋਰੈਂਸ ਦੀ ਫਾਈਨੈਂਸ ਦੀ ਜੋਬ ਹੈ। ਅਤੇ ਉੱਥੇ ਆਪਣੀ ਜੋਬ 'ਚੋਂ ਟਾਈਮ ਕੱਢ ਕੇ ਅਤੇ ਗੁਰੂ ਘਰ ਵੱਲ ਵੀ ਧਿਆਨ ਦੇ ਰਿਹਾ ਹੈ, ਕਿਉਂਕਿ ਉਹ ਸਮਝਦਾ ਹੈ ਕਿ ਗੁਰੂ ਘਰ ਨੇ ਇਹਦੀ ਬਦੌਲਤ ਸਾਰੀਆਂ ਐਡੀਆਂ ਵੱਡੀਆਂ ਜਿਹੜੀਆਂ ਮੱਲਾਂ ਮਾਰੀਆਂ ਹਨ। ਅਤੇ ਇਹਨਾਂ ਨੂੰ ਬਣਾਇਆ ਗਿਆ ਹੈ ਸਾਰੀ ਸੰਗਤ ਵੱਲੋਂ ਰਲ ਮਿਲ ਕੇ। ਗੁਰਦੁਆਰੇ ਦਾ ਜਿਹੜਾ ਦੂਸਰੀ ਵਾਰੀ, ਪਹਿਲਾਂ ਇਹ ਵਾਈਸ ਪ੍ਰਧਾਨ ਸੀ, ਹੁਣ ਦੂਸਰੀ ਵਾਰੀ ਸਰਬਸੰਮਤੀ ਦੇ ਨਾਲ ਇਹਨਾਂ ਨੂੰ, ਚਾਹੇ ਇਲੈਕਸ਼ਨ ਵੀ ਹੋਈ ਆ, ਬਹੁਤ ਸੰਮਤੀ ਦੇ ਨਾਲ ਇਹਨਾਂ ਨੂੰ ਜਿਹੜੀ ਆ ਮੁੱਖ ਸੇਵਾਦਾਰ ਬਣਾਇਆ ਗਿਆ ਹੈ। ਸਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇ। ਅਤੇ ਉਹਨਾਂ ਦੇ ਨਾਲ ਆਪਾਂ ਕੁਛ ਪਦਵੰਤਿਆਂ ਦੇ ਨਾਲ ਗ੍ਰੇਵਜੈਂਟ ਦੇ ਜਿਹੜੇ ਜ਼ਿੰਮੇਵਾਰ ਉਹਨਾਂ ਨਾਲ ਗੱਲ ਕਰਨ ਜਾ ਰਹੇ ਹਾਂ ਜੀ। ਸਭ ਤੋਂ ਪਹਿਲਾਂ ਮੈਂ ਮਨਪ੍ਰੀਤ ਸਿੰਘ ਜੀ ਧਾਰੀਵਾਲ ਉਹਨਾਂ ਦੇ ਨਾਲ ਗੱਲ ਕਰੂੰਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਪ੍ਰੀਤ ਸਿੰਘ ਧਾਰੀਵਾਲ ਜੀ, ਤੁਹਾਨੂੰ ਬਹੁਤ ਬਹੁਤ ਵਧਾਈਆਂ। ਸੰਗਤਾਂ ਨੇ ਤੁਹਾਨੂੰ ਜਿਹੜਾ ਵਾ ਇਹ ਚਾਂਸ ਦਿੱਤਾ। ਅਤੇ ਆਪਣਾ ਥੋੜ੍ਹਾ ਜਿਹਾ ਪਿਛੋਕੜ ਬਾਰੇ ਦੱਸੋ ਕਿ ਤੁਸੀਂ ਜੰਮਪਲ ਇੱਥੇ ਦੇ ਜਾਂ ਪੰਜਾਬ ਦੇ ਜੇ, ਅਤੇ ਕਿਸ ਤਰ੍ਹਾਂ ਤੁਹਾਡਾ ਇਹ ਗੁਰਦੁਆਰੇ ਦੇ ਵਿੱਚ ਇਹ ਸੇਵਾ ਕਰਨ ਨੂੰ ਮਨ ਕੀਤਾ ਅਤੇ ਕਿਹੜੀ ਜੋਬ ਕਰ ਰਹੇ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਥੇ ਗ੍ਰੇਵਜੈਂਟ ਦਾ ਜੰਮਪਲ ਹਾਂ। ਇੱਥੇ ਮੈਂ ਸਾਰੀ ਉਮਰ ਇੱਥੇ ਹੀ ਰਿਹਾ। ਛੋਟੀ ਉਮਰ ਤੋਂ ਅਸੀਂ ਗੁਰਦੁਆਰੇ ਨਾਲ ਜੁੜੇ ਰਹੇ ਹਾਂ। ਸਾਡੇ ਮੰਮੀ ਡੈਡੀ ਦੋਨੇ ਸਾਨੂੰ ਹਰ ਦਿਨ ਗੁਰੂ ਘਰ ਲਿਆਉਂਦੇ ਸੀਗੇ। ਪਿਛਲੇ 2 ਸਾਲਾਂ ਵਿੱਚ ਕਦੋਂ ਸਾਡੇ ਅੰਕਲ ਅਜੈਬ ਸਿੰਘ ਚੀਮਾ, ਇਹਨਾਂ ਨੇ ਸਾਨੂੰ ਯੰਗਸਟਰ ਨੂੰ ਮੌਕਾ ਦਿੱਤਾ। ਅਤੇ ਪਿਛਲੇ 2 ਸਾਲ 'ਚੋਂ ਦਾਸ ਨੂੰ ਡਿਪਟੀ ਮੁੱਖ ਸੇਵਾਦਾਰ ਦੀ ਸੇਵਾ ਮਿਲੀ ਸੀਗੀ। ਅਸੀਂ ਪੂਰਾ ਜ਼ੋਰ ਦੇ ਕੇ ਪੂਰਾ ਕੰਮ ਕੀਤਾ, ਪੂਰਾ ਸੇਵਾ ਵਿੱਚ ਹਿੱਸਾ ਪਾਇਆ। ਨਾਲ ਵੀ ਸਾਡੇ ਹੋਰ ਬਾਕੀ ਕਿਹੜੇ ਯੰਗਸਟਰ ਆ, ਸਾਰਿਆਂ ਨੂੰ ਨਾਲ ਜੋੜਿਆ। ਹੁਣ ਦਾਸ ਨੂੰ ਮੌਕਾ ਮਿਲਿਆ, ਹੁਣ ਮੁੱਖ ਸੇਵਾਦਾਰ ਦਾ ਮੌਕਾ ਮਿਲਿਆ। ਅਸੀਂ ਚਾਹੁੰਦੇ ਹਾਂ ਕਿ ਅਸੀਂ ਹੁਣ ਹੋਰ ਕਿਹੜੇ ਯੰਗਸਟਰ ਨਹੀਂ ਗੁਰੂ ਘਰ ਨਾਲ ਜੁੜੇ, ਅਸੀਂ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਜੋੜੀਏ। ਵਿੱਚ ਕਿੱਦਾਂ ਐਜੂਕੇਸ਼ਨ 'ਚ ਅਸੀਂ ਧਿਆਨ ਦਈਏ, ਸਪੋਰਟਸ 'ਚ, ਹੋਰ ਧਰਮ ਪ੍ਰਚਾਰ 'ਚ, ਅਤੇ ਬਾਕੀ ਸਾਰੀ ਕਿਹੜੀ ਸਾਡੀ ਕਮਿਊਨਿਟੀ ਆ ਉਹਨਾਂ ਨਾਲ ਵੀ ਅਸੀਂ ਜੋੜੀਏ ਅਤੇ ਸਿੱਖੀ ਬਾਰੇ ਸਿਖਾਈਏ। ਬਹੁਤ ਵਧੀਆ ਤੁਹਾਡਾ ਵਿਚਾਰ ਆ। ਅਤੇ ਤੁਹਾਡੀ ਕੁਆਲੀਫਿਕੇਸ਼ਨ ਕੀ ਆ, ਕਿੱਥੋਂ ਤੱਕ ਸਟੱਡੀ ਕੀਤੀ ਅਤੇ ਅੱਜ ਕੱਲ੍ਹ ਕਿਹੜੀ ਜੋਬ ਕਰ ਰਹੇ ਤੁਸੀਂ? ਮੈਂ ਯੂਨੀਵਰਸਿਟੀ ਪੜ੍ਹਿਆ ਸੀਗਾ, ਫਿਰ ਮੈਂ ਹੁਣ ਇੱਕ ਇੰਸ਼ੋਰੈਂਸ ਕੰਪਨੀ ਲਈ ਕੰਮ ਕਰਦਾ, ਇੰਟਰਨੈਸ਼ਨਲ ਕੰਪਨੀ ਲਈ। ਉੱਥੇ ਮੈਂ ਕੁਆਲੀਫਾਈਡ ਐਕਚੁਅਰ ਹੀ ਹਾਂ। ਮੇਰੇ ਜੋਬ ਦੇ ਵਿੱਚ ਮੈਨੂੰ ਕਾਫੀ ਟਰੈਵਲ ਵੀ ਕਰਨਾ ਪੈਂਦਾ ਇੰਟਰਨੈਸ਼ਨਲੀ। ਸੋ ਗੁਰੂ ਪਿਆਰੋ, ਵੇਖੋ ਕਿ ਇਹ ਵੀ ਇੱਕ ਬੜੀ ਬਹਾਦਰੀ ਆ ਆਪਣੇ ਜ਼ਿੰਦਗੀ ਦੇ ਰਜੇਵਿਆਂ ਦੇ ਵਿੱਚੋਂ ਟਾਈਮ ਕੱਢ ਕੇ ਤੇ ਗੁਰਦੁਆਰੇ ਦੀ ਸੇਵਾ ਕਰਨੀ। ਕਿਉਂਕਿ ਚਾਹੇ ਉਹ ਸੈਕਟਰੀ ਦੀ ਸੇਵਾ ਕਰਦਾ ਹੈ, ਚਾਹੇ ਪ੍ਰਧਾਨ ਦੀ, ਚਾਹੇ ਉਹ ਦਰੀਆਂ ਸਾਫ਼ ਕਰਨ ਦੀ, ਚਾਹੇ ਉਹ ਭਾਂਡੇ ਧੋਣ ਦੀ। ਇਹ ਗੁਰੂ ਗ੍ਰੰਥ ਸਾਹਿਬ ਦਾ ਫਰਮਾਨ ਹੈ ਕਿ ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਵੇ। ਗੁਰੂ ਪਿਆਰਿਓ, ਇਹ ਪੂਰਬਲੇ ਕਰਮਾਂ ਦੇ ਜਿਹੜੇ ਆ ਉਹ ਕਰਮ ਲਿਖੇ ਹੁੰਦੇ ਆ ਸੇਵਾ ਕਰਨੀ। ਸੋ
ਸੇਵਾ ਨੂੰ ਸੇਵਾ ਸਮਝ ਕੇ ਜਦੋਂ ਤਾਈਂ ਕਰਦਾ ਵਾ ਤੇ ਫਿਰ ਕੀ ਆ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਉਹਨਾਂ ਨੌਜਵਾਨਾਂ ਵਿੱਚੋਂ ਜਿਹਦੀ ਜਾਗਦੀ ਮਿਸਾਲ ਆ ਕਿ ਪਹਿਲਾਂ ਵਾਈਸ ਪ੍ਰਧਾਨ ਬਣੇ, ਆਪਣਾ ਟਾਈਮ ਦਿੱਤਾ ਤੇ ਇਹਨਾਂ ਦੇ ਕੰਮ ਵੇਖ ਕੇ ਇਹਨਾਂ ਨੂੰ ਜਿਹੜਾ ਵਾ ਇਹ ਟਾਈਮ ਦਿੱਤਾ ਗਿਆ। ਮੈਂ ਇੱਥੇ ਇੱਕ ਗੱਲ ਦੱਸਦਾ ਕਿ ਲੋਕੀ ਇਹ ਨਹੀਂ ਵੇਖਦੇ ਕਿ ਪਿੰਡ ਦਾ ਸਰਪੰਚ ਕਿੰਨੀ ਵਾਰੀ ਬਣਿਆ ਜਾਂ MLA ਜਾਂ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ, ਔਰ ਦੁਨੀਆ ਇਹ ਵੇਖਦੀ ਆ ਕਿ ਉਸ ਬੰਦੇ ਨੇ ਕੀ ਕੀਤਾ। ਸੋ ਇਹਨਾਂ ਨੇ ਚੰਗੇ ਕੰਮ ਕੀਤੇ, ਇਹਨਾਂ ਨੂੰ ਫਿਰ ਸੰਗਤਾਂ ਨੇ ਜਿਹੜਾ ਵਾ ਉਹ ਮਾਣ ਬਖਸ਼ਿਆ। ਤੇ ਇਸ ਵਕਤ ਤੁਹਾਨੂੰ ਸਿੱਖ ਚੈਨਲ ਦੀ ਅੱਖ ਦੇ ਨਾਲ ਪੂਰੀ ਦੁਨੀਆ ਵੇਖ ਰਹੀ ਆ ਤੇ ਬਹੁਤਾ ਇਹ ਅਲਾਮਾ ਵਾ ਬਜ਼ੁਰਗਾਂ ਦਾ, ਨੌਜਵਾਨੀ ਅੱਗੇ ਆਉਂਦੇ ਤੇ ਕੀ ਸੁਨੇਹਾ, ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਤੇ ਬਜ਼ੁਰਗਾਂ ਨੂੰ? ਨੌਜਵਾਨਾਂ ਨੂੰ ਇਹ ਕਿ ਪਹਿਲਾਂ ਹੈਗਾ ਕਿ ਕਿਹੜੇ ਗੁਰੂ ਘਰ ਆ ਸਾਡੇ, ਉਹ ਤੁਸੀਂ ਯੰਗਸਟਰਾਂ ਨੂੰ ਮੌਕਾ ਦਿਓ। ਜਦੋਂ ਤੁਸੀਂ ਮੌਕਾ ਦਿਓਗੇ ਆਪ ਹੀ ਯੰਗਸਟਰ ਅੱਗੇ ਆ ਕੇ ਸੇਵਾ ਕਰੂਏ। ਇੱਦਾਂ ਹੀ ਸਾਡੇ ਗੁਰਦੁਆਰਾ ਐਗਜ਼ਾਮਪਲ ਆਏ, ਅਸੀਂ ਉਹ ਨਾਲ ਕਾਫੀ ਨੌਜਵਾਨ ਜੋੜਤੇ, ਸਾਡੀਆਂ ਕਿਹੜੀਆਂ ਸਾਰੀਆਂ ਟੀਮਾਂ ਬਣੀਆਂ, ਉਹ ਟੀਮਾਂ ਦੇ ਹੈੱਡ ਸਾਰੇ ਯੰਗਸਟਰ ਨਾਲ ਭਰੇ ਆ। ਸੋ ਇਹ ਮੇਰੀ ਬੇਨਤੀ ਹੈ ਕਿ ਯੰਗਸਟਰਾਂ ਨੂੰ ਕਿ ਤੁਸੀਂ ਨਾਲ ਗੁਰੂ ਘਰ ਨਾਲ ਜੁੜੋ, ਸੇਵਾ ਕਰੋ ਅਤੇ ਸਾਡੀ ਕਮਿਊਨਿਟੀ, ਸਾਡੇ ਗੁਰੂ ਘਰਾਂ ਨੂੰ ਇੰਪਰੂਵ ਕਰੋ ਪ੍ਰੋਫੈਸ਼ਨਲ ਦੇ ਤੌਰ 'ਤੇ ਅਤੇ ਹੋਰ ਐਡਵਾਂਸ, ਅਸੀਂ ਆਪਣੀ ਕੌਮ ਨੂੰ ਐਡਵਾਂਸ ਹੋਰ ਕਰੀਏ। ਥੈਂਕ ਯੂ ਜੀ। ਸੋ ਸਾਡੇ ਨਾਲ ਜਿਹੜੇ ਪਹਿਲੇ ਪ੍ਰਧਾਨ ਤੇ ਇੱਕ ਵਾਰੀ ਜਦੋਂ ਬਣ ਜੇ ਗੁਰੂ ਪਿਆਰਿਓ ਸਦਾ ਪ੍ਰਧਾਨ ਹੀ ਰਹਿੰਦਾ, ਜਿੱਦਾਂ ਸਰਪੰਚ ਬਣ ਜੇ ਸਾਰੀ ਉਮਰ ਸਰਪੰਚ ਹੀ ਰਹਿੰਦਾ। ਸੋ ਇਹ ਪ੍ਰਧਾਨ ਸਾਹਿਬ ਆ ਸਾਡੇ ਸਰਦਾਰ ਅਜੈਬ ਸਿੰਘ ਜੀ। ਕੋਈ ਚੀਮਾ ਸਾਹਿਬ ਕੋਈ ਸੋਭਾ ਕਰੇ ਫਿਰ ਪਤਾ ਲੱਗਦਾ ਅਸੀਂ ਕੱਲ੍ਹ ਦੇ ਆਏ ਹਾਂ ਅਤੇ ਬੜੀਆਂ ਇਹਨਾਂ ਦੇ ਜਿਹੜੀ ਆ ਉਸਤਤ ਕਰ ਰਹੀਆਂ ਸੰਗਤਾਂ ਕਿ ਪਹਿਲਾਂ ਵੀ ਜਦੋਂ ਪ੍ਰਧਾਨ ਬਣੇ ਆਪਣਾ ਕਾਰੋਬਾਰ ਛੱਡ ਦਿੱਤਾ ਅਤੇ 2 ਸਾਲ ਨਿਸ਼ਕਾਮ ਸੇਵਾ ਕੀਤੀ, ਗੁਰਦੁਆਰੇ ਦੀ ਮੁੱਖ ਸੇਵਾਦਾਰ, ਅਤੇ ਕਹਿੰਦੇ ਰਹੇ ਨੌਜਵਾਨ ਅੱਗੇ ਰਹਿਣ। ਇਹਨਾਂ ਪ੍ਰੇਰਨਾ ਸਦਕਾ ਹੀ ਮਨਪ੍ਰੀਤ ਸਿੰਘ ਜੀ ਧਾਰੀਵਾਲ ਇਹਨਾਂ ਦੇ ਨਾਲ ਕੰਮ ਕਰਦਾ ਰਿਹਾ ਅਤੇ ਹੁਣ ਗੁਰੂ ਪਿਆਰਿਓ 2020 ਚੜ੍ਹ ਗਿਆ ਵਾ। ਇਹ ਬੜਾ ਇੱਕ ਚੇਂਜ ਆ ਰਹੀ ਆ। ਜੇ ਇਟਲੀ ਜਾਓ, ਚਾਹੇ ਕੋਰਤਨੋਵਾ ਗੁਰਦੁਆਰਾ ਆ, ਸਮੈਤਕ ਗੁਰਦੁਆਰੇ ਆ, ਮੈਂ ਤਕਰੀਬਨ ਮਨਪ੍ਰੀਤ ਸਿੰਘ ਜੀ ਵਾਂਗੂ ਹਰ ਹਫ਼ਤੇ ਫਲਾਈਟ ਫੜਦਾ ਵਰਲਡ ਦੇ ਗੁਰਦੁਆਰੇ ਗੁਰਧਾਮਾਂ ਦੀ, ਅਤੇ ਮੈਂ ਵੇਖਦਾ ਵਾਂ ਕਿ ਬੜੀ ਤਬਦੀਲੀ ਆ ਰਹੀ ਆ। ਔਰ ਬਜ਼ੁਰਗਾਂ ਨੂੰ ਵੀ ਸਲੂਟ ਆ ਜਿਹੜੇ ਕਿ ਨੌਜਵਾਨਾਂ ਨੂੰ ਅੱਗੇ ਲਿਆ ਰਹੇ ਆ, ਪੁਰਾਣੀਆਂ ਕਮੇਟੀਆਂ ਨੂੰ ਵੀ। ਉਹਨਾਂ ਦੇ ਵਿੱਚੋਂ ਭਾਈ ਸਾਹਿਬ ਅਜੈਬ ਸਿੰਘ ਜੀ ਚੀਮਾ, ਆਓ ਉਹਨਾਂ ਦੇ ਵਿਚਾਰ ਲੈਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਤੁਹਾਡਾ ਧੰਨਵਾਦ ਹੈ ਕਿ ਤੁਹਾਂ ਇੱਥੇ ਸੇਵਾਵਾਂ ਨਿਭਾਈਆਂ, ਔਰ ਉਹ ਤੋਂ ਵੀ ਜ਼ਿਆਦਾ ਧੰਨਵਾਦ ਹੈ ਕਿ ਤੁਸਾਂ ਕਿਹਾ ਕਿ ਨੌਜਵਾਨ ਅੱਗੇ ਆਉਣ ਅਤੇ ਰਲ ਮਿਲ ਕੇ ਕੰਮ ਕਰੀਏ। ਅਤੇ ਇਹ ਪੁੱਛਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛੂੰਗਾ ਕਿ ਵਧਾਈ ਵੀ ਦੇਣਾ ਵਾਂ, ਕਿਉਂਕਿ ਦੁਨੀਆ ਭਰ ਦੇ ਵਿੱਚ ਜਾਈਦਾ ਵਾ ਅਤੇ ਇਹ ਜਿਹੜੇ ਗੁਰਦੁਆਰੇ ਆ ਸਾਰੇ ਬਰਾਬਰ ਹੁੰਦੇ ਆ, ਕੋਈ ਛੋਟਾ ਵੱਡਾ ਨਹੀਂ ਹੁੰਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਹੋਵੇ। ਪਰ ਫਿਰ ਵੀ ਤੁਹਾਂ ਬੜੇ ਮਾਰ ਕੇ ਮਾਰਿਆ, ਵਰਲਡ ਦੀਆਂ ਬਿਲਡਿੰਗਾਂ ਦੇ ਵਿੱਚੋਂ ਏਡੀ ਸ਼ਾਨਦਾਰ ਗੁਰੂ ਘਰ ਦੀ ਇਹ ਬਿਲਡਿੰਗ ਬਣਾਈਆਂ ਕਿ ਵੇਖ ਕੇ ਹੀ ਭੁੱਖ ਲੱਥਦੀ ਆ। ਅਤੇ ਮੈਂ ਪੁੱਛਣਾ ਚਾਹੂੰਗਾ ਵੀ ਇਹ ਜਿਹੜਾ ਗੁਰਦੁਆਰਾ ਵਾ, ਪਿਆਰੇ ਦਰਸ਼ਕੋ, ਕਿਸੇ ਵੇਲੇ ਗੁਰਦੁਆਰੇ ਦੀ ਬਿਲਡਿੰਗ ਵਧੀਆ ਬਣ ਜਾਂਦੀ ਆ, ਉੱਥੇ ਕਾਰ ਪਾਰਕਿੰਗ ਦੀ ਪ੍ਰੋਬਲਮ ਹੁੰਦੀ ਆ, ਉੱਥੇ ਜਿਹੜੀ ਆ ਸਪੋਰਟ ਵਾਸਤੇ ਪ੍ਰੋਬਲਮ ਹੁੰਦੀ। ਇੱਥੇ ਹੀ ਵੇਖਿਆ ਵਾ ਸਪੋਰਟ, ਕੱਲ੍ਹ ਅਸੀਂ ਵੀ ਜਿਹੜਾ ਵਾ ਉਹ ਵੀ ਕਵਰ ਕੀਤਾ ਵਾ। ਅਤੇ ਹੋਰ ਵੀ ਥੋੜ੍ਹੀ ਜਿਹੀ ਜਾਣਕਾਰੀ ਲਈ ਮੈਂ ਇਹਨਾਂ ਨੂੰ ਪੁੱਛਦਾ ਕਿ ਇਹ ਗੁਰਦੁਆਰੇ ਦਾ ਸਾਰਾ ਵਿੱਚੇ ਕਾਰ ਪਾਰਕ ਪਾ ਕੇ, ਵਿੱਚੇ ਗਰਾਊਂਡ ਪਾ ਕੇ ਕਿੰਨਾ ਕੁੱਲ ਰਕਬਾ ਵਾ ਅਤੇ ਗੁਰਦੁਆਰਾ ਕਦੋਂ ਬਣਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤਕਰੀਬਨ 8 ਏਕੜ ਜ਼ਮੀਨ ਹੈਗੀ ਹੈ ਸਾਡੇ ਕੋਲ, ਜਿਹਦੇ ਵਿੱਚ ਇਹ 10 ਕੁ ਸਾਲ ਪਹਿਲਾਂ ਨਵੇਂ ਗੁਰੂ ਘਰ ਦੀ ਬਿਲਡਿੰਗ ਬਣਾਈ ਗਈ ਸੀ। ਸਾਰੀਆਂ ਸੰਗਤਾਂ ਨੇ, ਗਰੇਵ ਏਜੰਟ ਦੀਆਂ ਸੰਗਤਾਂ ਨੇ ਬਹੁਤ ਇਹਦੇ ਵਿੱਚ ਯੋਗਦਾਨ ਪਾਇਆ, ਇਲਾਕਾ ਨਿਵਾਸੀਆਂ ਨੇ, ਅਤੇ ਬਹੁਤ ਵਧੀਆ ਆਲੀਸ਼ਾਨ ਸੁੰਦਰ ਬਿਲਡਿੰਗ ਬਣਾਈ ਗਈ ਆ। ਅਤੇ ਜਿਹਦੇ ਵਿੱਚ ਸਾਨੂੰ ਮਾਣ ਆ, ਵਰਲਡ ਦੇ ਵਿੱਚੋਂ ਜਿੱਥੋਂ ਵੀ ਕੋਈ ਸਿੱਖ ਆਉਂਦਾ ਆ, ਉਹਦੀ ਇਹ ਚਾਹਤ ਆ ਕਿ ਅਸੀਂ ਗੁਰਦੁਆਰਾ ਗਰੇਵ ਏਜੰਟ ਜਾ ਕੇ ਉੱਥੇ ਮੱਥਾ ਟੇਕ ਕੇ ਆਈਏ ਅਤੇ ਗੁਰੂ ਘਰ ਨੂੰ ਦੇਖਿਆ ਜਾਵੇ। ਇਹ ਕਿੰਨਾ ਚਿਰ ਲੱਗਾ ਇਹ ਬਿਲਡਿੰਗ ਨੂੰ ਬਣਨ ਲੱਗਿਆ? ਕਿੰਨੇ ਸਾਲ? ਇਹ ਤਕਰੀਬਨ 8 ਕੁ ਸਾਲ ਲੱਗ ਗਏ ਸੀਗੇ। ਹੌਲੀ ਹੌਲੀ ਜਿੱਦਾਂ ਪੈਸਾ ਸੰਗਤ ਵੱਲੋਂ ਆਉਂਦਾ ਰਿਹਾ, ਪੈਸਾ ਇਕੱਠਾ ਹੁੰਦਾ ਰਿਹਾ, ਹੌਲੀ ਹੌਲੀ ਇਹ ਤਕਰੀਬਨ 8 ਕੁ ਸਾਲਾਂ ਦੇ ਵਿੱਚ ਕੰਪਲੀਟ ਹੋ ਗਈ ਸੀਗੀ। ਸੋ ਤੁਸੀਂ ਬਹੁਤ ਵਧਾਈ ਦੇ ਪਾਤਰ ਹੈ ਅਤੇ ਤੁਹਾਂ ਸੇਵਾ ਨਿਭਾਈ ਆ। ਅਤੇ ਕਈ ਮਤਲਬ ਚਾਹੁੰਦੇ ਆ ਕਿ ਅਸੀਂ ਇਹ ਸੇਵਾ ਨਾ ਹੀ ਛੱਡੀਏ, ਅਤੇ ਤੁਸੀਂ ਬੜੇ ਲੱਕੀ ਆ, ਨੌਜਵਾਨ ਅੱਗੇ ਲਿਆਂਦੇ। ਤੁਹਾਡਾ ਸੁਪਨਾ ਸੀਗਾ ਨੌਜਵਾਨ ਅੱਗੇ ਆਉਣ, ਜਿਸ ਤਰ੍ਹਾਂ ਮਨਪ੍ਰੀਤ ਸਿੰਘ ਜੀ ਧਾਰੀਵਾਲ। ਅਤੇ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਇਹ ਤੁਹਾਂ ਇਹਨਾਂ ਨੂੰ ਅੱਗੇ ਲਿਆਂਦਾ ਨੌਜਵਾਨਾਂ ਨੂੰ? ਕਿਉਂਕਿ ਇੰਨੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਗੁਰਦੁਆਰੇ ਦੇ ਵਿੱਚ ਆਣ ਕੇ ਸੇਵਾ ਕਰਨੀ ਅਤੇ ਫਿਰ ਹੁਣ ਮੁੱਖ ਸੇਵਾਦਾਰ ਦੀ ਜਿਹੜੀ ਡਿਊਟੀ ਨਿਭਾਉਣੀ ਬੜੀ ਤਗੜੀ ਗੱਲ ਹੈ। ਹਾਂਜੀ, ਅਤੇ ਜਿਹੜੀ ਕੁਰਸੀ ਹੈ ਬਹੁਤ ਪਿਆਰੀ ਲੱਗਦੀ ਆ। ਇਹ ਕੁਰਸੀ ਕੋਈ ਛੱਡਣੀ ਨਹੀਂ ਚਾਹੁੰਦਾ। ਦਾਸ ਨੇ ਨੌਜਵਾਨਾਂ ਨੂੰ ਵਿੱਚ ਲਿਆਂਦਾ, ਪ੍ਰਬੰਧਕ ਕਮੇਟੀ 'ਤੇ ਲਿਆਂਦਾ,
ਇਹਨੇ ਕੰਮ ਬਹੁਤ ਵਧੀਆ ਕੀਤਾ ਤੇ ਅੱਜ ਸਮੇਂ ਦੀ ਲੋੜ ਆ ਵੀ ਨੌਜਵਾਨ ਸਾਡੇ ਪਾਰਲੀਮੈਂਟ ਵਿੱਚ ਜਾਂਦੇ ਆ, ਪੁਲਿਸ ਨਾਲ ਮੀਟਿੰਗਾਂ ਹੁੰਦੀਆਂ ਆ, ਕੌਂਸਲ ਨਾਲ ਮੀਟਿੰਗਾਂ ਹੁੰਦੀਆਂ ਆ ਤੇ ਉਹ ਅਨਪੜ੍ਹ ਬੰਦਾ ਨਹੀਂ ਕਰ ਸਕਦਾ। ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਇਹਨੇ ਮੇਰੇ ਨਾਲ ਕੰਮ ਬਹੁਤ ਵਧੀਆ ਕੀਤਾ ਤੇ ਮੈਂ ਆਪ ਪਿੱਛੇ ਹਟ ਗਿਆ, ਇਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ। ਬਹੁਤ ਵਧੀਆ ਗੱਲ ਆ ਗੁਰੂ ਪਿਆਰਿਓ ਕਿ ਜਿਸ ਤਰ੍ਹਾਂ ਇਹਨਾਂ ਕਿਹਾ ਕਿ ਚੌਧਰ ਦੀਆਂ ਲੜਾਈਆਂ, ਅੱਜ ਕੱਲ੍ਹ ਲੜਾਈਆਂ ਤੇ ਗੁਰੂ ਘਰ ਦੇ ਵਿੱਚੋਂ ਜਿਹੜੀਆਂ ਖਤਮ ਹੋਣੀਆਂ ਚਾਹੀਦੀਆਂ। ਇਹ ਤੇ ਇੱਕ ਸ਼ਾਂਤੀ ਦਾ ਘਰ ਆ ਜਿੱਥੇ ਆਣ ਕੇ ਸ਼ਾਂਤੀ ਮਿਲਦੀ ਆ। ਪਰ ਫਿਰ ਵੀ ਦੁੱਖ ਨਾ ਕਹਿਣਾ ਪੈਂਦਾ ਵਾ ਕਿ ਬੜੇ ਗੁਰਦੁਆਰੇ ਆ ਜਿਨ੍ਹਾਂ ਦੇ ਕੇਸ ਆਪਣੇ ਕੋਰਟ ਦੇ ਵਿੱਚ ਲੱਗੇ ਆ। ਚੌਧਰ ਨੂੰ ਜੇ ਆਪਾਂ ਛੱਡ ਦਈਏ ਤਾਂ ਸਾਰੇ ਮਸਲੇ ਹੱਲ ਹੋ ਜਾਂਦੇ। ਇੱਕ ਮੈਂ ਚੀਜ਼ ਦੱਸਦਾ ਵਾਂ ਕਿ ਜਿਹੜੀਆਂ ਸੰਗਤਾਂ ਬਣਾਉਣੀਆਂ ਜਾਣਦੀਆਂ ਵਾ ਕਮੇਟੀ ਨੂੰ, ਉਹ ਢਾਉਣੀਆਂ ਵੀ ਜਾਣਦੀਆਂ ਵਾ। ਸੋ ਸੰਗਤਾਂ ਦਾ ਦਰਜਾ ਗੁਰੂ ਨਾਨਕ ਦੇ ਘਰ ਦੇ ਵਿੱਚ ਉੱਚਾ ਵਾ। ਵੇਖੋ ਸੰਗਤਾਂ ਨੇ ਮਾਣ ਬਖਸ਼ਿਆ ਤੇ ਮਨਪ੍ਰੀਤ ਸਿੰਘ ਜੀ ਧਾਰੀਵਾਲ ਦੋਹਰਿਆ। ਇਹ ਕੋਈ ਜ਼ਰੂਰੀ ਨਹੀਂ ਵੀ ਇੱਕ ਬੰਦਾ ਇੱਕ ਵਾਰੀ ਬਣ ਜੇ ਤੇ ਉਹ ਦੋਹਰੇ ਨਹੀਂ ਬਣ ਸਕਦਾ। ਕਿਉਂ ਨਹੀਂ ਬਣ ਸਕਦਾ? ਜੇ ਉਹਨੂੰ ਸੰਗਤਾਂ ਚਾਹੁੰਦੀਆਂ ਤੇ ਗੁਰੂ ਪਿਆਰਿਓ ਕਿਉਂ ਨਹੀਂ ਬਣ ਸਕਦਾ? ਸੰਗਤਾਂ ਕੰਮ ਵੇਂਦੀਆਂ। ਤੇ ਹੋਰ ਇਹਦੇ ਕਿੰਨੇ ਹਾਲ ਆ, ਕਿੰਨੇ ਲੰਗਰ ਹਾਲ ਆ, ਟੋਟਲ ਕਿੰਨੇ ਇੱਥੇ ਇੱਕ ਵਾਰੀ ਇਹ ਮੈਰਿਜਾਂ ਹੋ ਸਕਦੀਆਂ, ਕਿੰਨੇ ਸੁਖਮਨੀ ਸਾਹਿਬ ਦੇ ਪਾਠ ਹੋ ਸਕਦੇ ਆ? ਇਹਦੇ ਬਾਰੇ ਥੋੜ੍ਹਾ ਸੰਗਤਾਂ ਨੂੰ ਦੱਸੋ। ਹਾਂਜੀ, ਸਾਡੇ ਕੋਲ ਇੱਕ ਵੱਡਾ ਹਾਲ ਆ ਉੱਤੇ ਤੇ ਨਾਲ ਉਹਦੇ ਸਾਈਡ ਤੇ 2 ਹੋਰ ਛੋਟੇ ਹਾਲ ਆ। ਉਹਨਾਂ ਦੇ ਕੀ ਨਾਮ ਆ? ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹਾਲ, ਭਾਈ ਫੌਜਾ ਸਿੰਘ ਹਾਲ ਤੇ ਵੱਡੇ ਹਾਲ ਦਾ ਨਾਮ ਹੈਗਾ ਭਾਈ ਗੁਰਦਾਸ ਹਾਲ। ਵਾਹ ਜੀ ਵਾਹ। ਹਾਂਜੀ, ਤੇ ਸਾਡੇ 2 ਵਿਆਹ ਵੀ ਇਕੱਠੇ ਹੋ ਜਾਂਦੇ ਆ ਵੀਕਐਂਡ ਤੇ ਇੱਕ ਵੱਡੇ ਹਾਲ ਵਿੱਚ, ਇੱਕ ਛੋਟੇ ਹਾਲ ਵਿੱਚ। ਉਸ ਤੋਂ ਉਪਰੰਤ ਫਿਰ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਆ, 3-4 ਸੁਖਮਨੀ ਸਾਹਿਬ ਦੇ ਪਾਠ ਵੀ ਹੋ ਜਾਂਦੇ ਆ ਵੀਕਐਂਡ ਤੇ ਸਾਰੀ ਦਿਹਾੜੀ ਸੰਗਤ ਆਉਂਦੀ ਜਾਂਦੀ ਰਹਿੰਦੀ ਆ। ਤੇ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਸੰਗਤਾਂ ਨੂੰ ਇਹ ਮੈਸੇਜ ਆ ਜੀ, ਬਜ਼ੁਰਗਾਂ ਨੇ ਥੋੜ੍ਹਾ ਪਿੱਛੇ ਰਹਿ ਕੇ ਤੇ ਨੌਜਵਾਨਾਂ ਨੂੰ ਮੋਹਰੇ ਅੱਗੇ ਆਉਣ ਦੇਣ ਦਾ ਮੌਕਾ ਦੇਣਾ ਚਾਹੀਦਾ। ਮੇਰੀ ਤਾਂ ਇਹੀ ਬੇਨਤੀ ਆ ਬਾਕੀ ਗੁਰੂ ਘਰਾਂ ਨੂੰ ਵੀ, ਆਪਣੀ ਹਉਮੈ ਨੂੰ ਛੱਡ ਕੇ ਤੇ ਅਸੀਂ ਨੌਜਵਾਨਾਂ ਨੂੰ ਮੋਹਰੇ ਜਿਨ੍ਹਾਂ ਨੇ ਗੁਰੂ ਘਰ ਚਲਾਉਣੇ ਆ ਉਹਨਾਂ ਨੂੰ ਮੌਕਾ ਦਿੱਤਾ ਜਾਵੇ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਸੇਵਾਦਾਰ ਦੀ ਡਿਊਟੀ ਨਿਭਾ ਰਿਹਾ, ਕਿੱਦਾਂ ਮਹਿਸੂਸ ਕਰ? ਔਰ ਮਾਣ ਦੀ ਗੱਲ ਆ ਵੀ ਨੌਜਵਾਨ ਇੱਥੇ ਇਹ ਮੁੱਖ ਸੇਵਾਦਾਰ ਦੀ ਸੇਵਾ ਕਰ ਰਿਹਾ ਜੀ। ਥੈਂਕ ਯੂ ਜੀ। ਭਾਈ ਸਾਹਿਬ ਜੀ ਨੌਜਵਾਨ ਤੁਹਾਡੇ ਇੱਥੇ ਅੱਗੇ ਆਏ ਆ ਤੇ ਹੋਰ ਵੀ ਇਹ ਨੌਜਵਾਨ ਹੋਰ ਨੌਜਵਾਨਾਂ ਨੂੰ ਵੀ ਅੱਗੇ ਲਿਆ ਰਹੇ ਆ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲੇ ਤਾਂ ਇਹ ਹੈਗਾ ਕਿ ਇਹ ਸਾਡੇ ਬੋਢੀ ਗੁਰਦੁਆਰਿਆਂ ਦੇ ਵਿੱਚੋਂ ਗੁਰਦੁਆਰਾ ਹੈ ਗ੍ਰੇਵਯਾਰਡ ਦਾ, ਤੇ ਦੂਜੀ ਇਹ ਬਿਲਡਿੰਗ ਦੇ ਵਿੱਚ ਜਿੱਥੇ ਮਾਰਕਾ ਮਾਰਿਆ ਸੀ, ਤੇ ਤੀਜੇ ਨੰਬਰ 'ਤੇ ਜਿਹੜਾ ਕੰਮ ਕੀਤਾ ਹੈਗਾ ਕਿ ਨੌਜਵਾਨਾਂ ਦਾ ਹਮੇਸ਼ਾ ਲਈ ਆਲੰਬਾ ਦੂਰ ਕਰ ਦਿੱਤਾ। ਜਿਹੜਾ ਉਹ ਕਹਿੰਦੇ ਸੀ ਨਾ ਕਿ ਬਜ਼ੁਰਗ ਪਿੱਛੇ ਨਹੀਂ ਹਟਦੇ, ਸਾਨੂੰ ਚਾਂਸ ਨਹੀਂ ਦਿੰਦੇ। ਅੱਜ ਅਸੀਂ ਚਾਂਸ ਦੇ ਕੇ ਬੱਚਿਆਂ ਦਾ ਜਿਹੜਾ ਹੈਗਾ ਗਾਹਾਂ ਨੂੰ ਆਉਣ ਨੂੰ ਰਾਹ ਖੋਲ੍ਹ ਦਿੱਤਾ। ਬਿਲਕੁਲ ਜੀ, ਬਿਲਕੁਲ। ਥੈਂਕ ਯੂ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਭਾਜੀ, ਨਵੇਂ ਨੌਜਵਾਨ ਮੁੱਖ ਸੇਵਾਦਾਰ ਬਣੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਨੂੰ ਮਾਣ ਵਾਲੀ ਗੱਲ ਆ ਜਿਹੜੇ ਕਿ ਬੱਚੇ ਮੂਹਰੇ ਆ ਰਹੇ ਆ, ਸੇਵਾ ਕਰ ਰਹੇ ਆ। ਸਾਰਾ ਕੁਝ ਇਹਨਾਂ ਨੇ ਗਾਹਾਂ ਸਾਹਮਣਾ। ਆਪਾਂ ਚਾਹੁੰਦੇ ਵੀ ਜ਼ਿੰਮੇਵਾਰੀ ਇਹ ਚੱਕਣ, ਸਾਨੂੰ ਪਹਿਲੋਂ ਜ਼ਿੰਮੇਵਾਰੀ ਦੇ ਦੇਣੀ ਚਾਹੀਦੀ। ਨਾਲੇ ਉਹਨਾਂ ਦਾ ਐਕਸਪੀਰੀਅੰਸ ਹੋਊਗਾ, ਨਾਲੇ ਉਹ ਜ਼ਿੰਮੇਵਾਰੀ ਆਪਣੀ ਚੱਕਣਗੇ। ਪਿੰਦਾ ਮੱਥੜਿਆਂ ਵਾਲਾ ਕਿਸੇ ਜਾਣ ਪਛਾਣ ਦੀ ਮੁਤਾਜ ਨਹੀਂ, ਵਰਲਡ ਦੇ ਵਿੱਚ ਇਹ ਜਾਂਦੇ ਆ। ਇਹਨਾਂ ਵੀ ਬੜਾ ਇਹ ਪ੍ਰਮੋਟ ਕਰਦੇ ਆ। ਕਬੱਡੀ ਕੋਈ ਵੀ ਹੋਵੇ ਤੇ ਬੱਲੇ ਬੱਲੇ ਕਰਾ ਦਿੰਦੇ ਆ। ਇਹਨਾਂ ਦਾ ਅੰਦਾਜ਼ ਵੱਖਰਾ ਵਾ ਤੇ ਬੜੀ ਸਾਨੂੰ ਖੁਸ਼ੀ ਦੀ ਗੱਲ ਆ ਕਿ ਇੱਥੇ ਵੀ ਇਹ ਸਟੇਟ ਸੈਕਟਰੀ ਦੀ ਜਿਹੜੀ ਆ ਉਹ ਗੁਰਦੁਆਰੇ ਦੇ ਹੋਰ ਵੀ ਸਪੋਰਟ ਦੀਆਂ ਸੇਵਾਵਾਂ ਨਿਭਾ ਰਿਹਾ। ਤੇ ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਤੁਹਾਡੇ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਕੀ ਕਹਿਣਾ ਚਾਹੋਗੇ? ਤੁਹਾਡੇ ਨਾਲ ਖੜੇ ਆ ਤੁਹਾਡੇ ਦੋਸਤ, ਸੱਜਣ, ਮਿੱਤਰ ਧਾਰੀਵਾਲ ਸਾਹਿਬ, ਇੰਨੀ ਰਜੀਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਇਹ ਟਾਈਮ ਕੱਢ ਰਿਹਾ ਗੁਰਦੁਆਰੇ ਲਈ, ਸੰਗਤਾਂ ਦਾ ਪਿਆਰ ਦਾ ਸਦਕਾ, ਤੇ ਕਿਸ ਤਰ੍ਹਾਂ ਲੱਗ ਰਿਹਾ? ਦੇਖੋ ਜੀ, ਸਾਨੂੰ ਬਹੁਤ ਵਧੀਆ ਲੱਗਦਾ। ਅਸੀਂ ਸਾਰੀ ਜਿੰਨੇ ਵੀ ਆਪਣੇ ਗਰੇਵਯਾਰਡ ਦੀਆਂ ਸੰਗਤਾਂ ਆ, ਜਿਹੜੇ ਸੂਝਵਾਨ ਸੱਜਣ ਆ, ਪਰਿਵਾਰ ਆ, ਉਹਨਾਂ ਸਾਰਿਆਂ ਨੇ ਜ਼ੋਰ ਲਾ ਕੇ, ਇਹ ਨਹੀਂ ਅਸੀਂ ਸਿਆਣਿਆਂ ਨੂੰ ਪਿੱਛੇ ਨਹੀਂ ਕੀਤਾ, ਅਸੀਂ ਰਲ ਮਿਲ ਕੇ ਪਿਛਲੇ 2 ਸਾਲ ਵੀ ਬਹੁਤ ਵਧੀਆ ਕੰਮ ਕੀਤਾ। ਤੇ ਹੁਣ ਜਿਹੜਾ ਇਹ ਮਨਪ੍ਰੀਤ ਸਿੰਘ ਧਾਲੀਵਾਲ ਆ, ਕਿਉਂਕਿ ਇਹਨਾਂ ਨੇ ਛੋਟੀ ਜਿਹੀ ਉਮਰ ਦੇ ਵਿੱਚ ਅੰਮ੍ਰਿਤ ਪਾਨ ਕੀਤਾ, ਅੰਮ੍ਰਿਤਧਾਰੀ ਸਿੰਘ ਆ, ਤੇ ਪੜ੍ਹਾਈ ਲਿਖਾਈ ਵੀ ਪੂਰੀ ਆ। ਇਹ ਨਹੀਂ ਕਿਤੇ ਵੀ ਜਾਣਾ ਹੋਵੇ 24 ਆਵਰ ਇਹ ਕੋਈ ਵੀ ਕੰਮ ਹੋਵੇ ਔਨਲਾਈਨ ਵੀ ਕਰ ਸਕਦੇ ਆ। ਇਹ ਨਹੀਂ ਵੀ ਟ੍ਰੇਨ ਦੇ ਵਿੱਚ ਬੈਠੇ ਆ, ਉੱਥੇ ਵੀ ਇਹਨਾਂ ਨੂੰ ਕੋਈ ਮੈਸੇਜ ਆਉਂਦਾ ਆ, ਇਹ ਆਪਣਾ ਸਾਰਾ ਕੰਮ, ਕਿਸੇ ਨੂੰ ਵੀ ਲੋੜ ਆ, ਕਿਸੇ ਨੂੰ ਇਮੀਗ੍ਰੇਸ਼ਨ ਦੀ, ਕਿਸੇ ਤਰ੍ਹਾਂ ਦੀ ਵੀ ਕੋਈ ਪੁਲਿਸ ਪ੍ਰੋਗਰਾਮ ਆ, ਇਹ ਬੈਠੇ ਹੱਲ ਕਰ ਸਕਦੇ ਆ। ਅਸੀਂ ਜਿਹੜੇ ਸਾਰੀਆਂ ਸੰਗਤਾਂ ਬਹੁਤ ਖੁਸ਼ ਆ।
ਮੈਂ ਇਹੀ ਕਹਿਣਾ ਚਾਹੁੰਦਾ ਸਾਰੀਆਂ ਹੀ ਗਰੇਵਜਨ ਦੀਆਂ ਸੰਗਤਾਂ ਨੂੰ, ਕਿਉਂਕਿ ਐਡਾ ਵੱਡਾ ਗੁਰੂ ਘਰ ਅਸੀਂ ਬਣਾਇਆ। ਬਹੁਤ ਹੀ ਸਾਡੇ ਕਬੱਡੀ ਟੂਰਨਾਮੈਂਟ ਵੀ ਹੋਇਆ, ਸਾਡੇ ਇੰਗਲੈਂਡ ਦੀਆਂ ਸਾਰੀਆਂ ਸੰਗਤਾਂ ਨੇ, ਜਿੰਨੇ ਵੀ ਦਰਸ਼ਕ ਸਾਡੇ ਦੇਖਣ ਵੀ ਆਏ ਆ, ਲੱਖਾਂ ਪਾਉਂਡ ਉਹਨਾਂ ਨੇ ਵੀ ਦਿੱਤੇ ਆ। ਅਤੇ ਹੁਣ ਜਿਹੜਾ ਸਾਡਾ ਮਕਸਦ ਇਹ ਆ, ਅਸੀਂ ਨੌਜਵਾਨ ਨੂੰ ਮੋਹਰੇ ਕਰਕੇ ਅੱਜ ਮੁੱਖ ਸੇਵਾਦਾਰ ਬਣਾਇਆ। ਸਾਨੂੰ ਆਪਣੀ ਈਰਖਾ ਛੱਡ ਕੇ, ਇਹ ਨਹੀਂ ਵੀ ਇਹਨੂੰ ਫਲਾਨਾ ਇਹਨਾਂ ਦਾ ਟੱਬਰ ਹੋ ਗਿਆ ਜਾਂ ਉਹਨੂੰ ਉਹ ਧੜਾ ਹੋ ਗਿਆ, ਸਾਨੂੰ ਧੜੇਬਾਜ਼ੀ ਤੋਂ ਉੱਤੇ ਉੱਠ ਕੇ ਸਿਰਫ ਇੱਕੋ ਸੋਚਣਾ ਚਾਹੀਦਾ, ਅਸੀਂ ਇਸ ਗੁਰੂ ਘਰ ਦਾ ਹੋਰ ਨਾਂ ਕਿੰਨਾ ਉੱਚਾ ਚੱਕਣਾ, ਅਸੀਂ ਕਿਸ ਜਗ੍ਹਾ 'ਤੇ ਇਸ ਗੁਰੂ ਘਰ ਨੂੰ ਲਿਜਾਣਾ, ਕਿਉਂਕਿ ਦੁਨੀਆ ਦੇ ਵਿੱਚ ਬੜਾ ਨਾਂ ਆ। ਮੈਂ ਬਾਰ-ਬਾਰ ਇਹ ਬੇਨਤੀ ਕਰਦਾ ਗਰੇਵਜਨ ਸੰਗਤਾਂ ਨੂੰ, ਸਾਨੂੰ ਈਰਖਾ ਛੱਡ ਕੇ, ਗਰੁੱਪਬਾਜ਼ੀ ਛੱਡ ਕੇ, ਸਾਰਿਆਂ ਨੂੰ ਇਕੱਠੇ ਹੋ ਕੇ ਵੱਧ ਚੜ੍ਹ ਕੇ ਗੁਰੂ ਘਰ ਕਰਾ ਕੇ ਸੇਵਾ ਕਰਨੀ ਚਾਹੀਦੀ ਆ। ਦੂਸਰਾ, ਮੈਂ ਸਿੱਖ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਆ ਕੇ ਬਰਮਿੰਘਮ ਤੋਂ ਆ ਕੇ ਇੱਥੇ ਆਹ ਜਿਹੜਾ ਅੱਜ ਸਾਡਾ ਪ੍ਰੋਗਰਾਮ ਕਵਰ ਕਰ ਰਹੇ ਆ। ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੋ, ਜਿਸ ਤਰ੍ਹਾਂ ਇਹਨਾਂ ਮੈਸੇਜ ਦਿੱਤਾ ਕਿ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਆਪਾਂ ਇਹ ਵੇਖਣਾ ਕਿਹੜਾ ਬੰਦਾ ਜਿਹੜਾ ਵਾ ਕੌਮ ਲਈ ਜਿਹੜਾ ਗੁਰਦੁਆਰੇ ਦਾ ਕਿੱਦਾਂ ਸਵਾਰ ਸਕਦਾ, ਕੀ ਕਰਦਾ, ਉਹਨੂੰ ਆਪਾਂ ਨੂੰ ਸੇਵਾ ਦਾ ਮੌਕਾ ਦੇਣਾ ਚਾਹੀਦਾ ਧੜੇਬੰਦੀਆਂ ਤੋਂ ਉੱਪਰ ਉੱਠ ਕੇ, ਤਾਂ ਕਿ ਨੌਜਵਾਨਾਂ ਦੇ ਵਿੱਚ ਹੋਰ ਵੀ ਜਿਹੜਾ ਮਾਣ ਵਧੇ ਨੌਜਵਾਨਾਂ ਦਾ, ਅਤੇ ਨੌਜਵਾਨ ਹੋਰ ਨੌਜਵਾਨਾਂ ਨੂੰ ਅੱਗੇ ਲਿਆਉਣ। ਅਤੇ ਇਸੇ ਤਰ੍ਹਾਂ ਜਿਹੜੀ ਵਾਗਡੋਰ ਆ, ਇਹ ਜਿਹੜੇ ਬੱਚੇ ਆਉਣ ਵਾਲਾ ਜਿਹੜਾ ਆਪਾਂ ਫਿਊਚਰ ਆ ਇੰਨੇ ਸਾਲਾਂ ਦਾ, ਉਹਨਾਂ ਨੂੰ ਸੱਚਮੁੱਚ ਇੱਕ ਪ੍ਰੈਕਟੀਕਲ ਦੇ ਤੌਰ 'ਤੇ ਉਹਨਾਂ ਨੂੰ ਆਪਾਂ ਜ਼ਿੰਮੇਵਾਰੀ ਉਹਨਾਂ ਦੇ ਸਿਰਾਂ ਦੇ ਉੱਤੇ ਪਾਈਏ, ਤਾਂ ਕਿ ਆਉਣ ਵਾਲਾ ਜਿਹੜਾ ਹੈ ਇਹ ਸਾਰੀ ਜ਼ਿੰਮੇਵਾਰੀ ਇਹਨਾਂ ਨੇ ਹੀ ਸੰਭਾਲਣੀ ਹੈ। ਸੋ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸਾਰੇ ਵਰਲਡ ਦੇ ਗੁਰਦੁਆਰਿਆਂ ਦੇ ਵਿੱਚ ਨੌਜਵਾਨ ਅੱਗੇ ਆਉਣ ਔਰ ਗੁਰਸਿੱਖੀ ਦੇ ਵਿੱਚ ਹੋਣ ਅਤੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਜਿਹੜਾ ਪਛਾਣਨ। ਸੋ ਇੱਥੇ ਹੀ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਹਰ ਨਾਮ ਮੈਂ ਹਰ ਮਨ ਪਾਇਆ, ਵਡ ਭਾਗੀ ਹਰ ਨਾਮ ਧਿਆਇਆ। ਹਰ ਹਰ ਨਾਮ ਮੈਂ ਹਰ ਮਨ ਪਾਇਆ, ਵਡ ਭਾਗੀ ਹਰ ਨਾਮ ਧਿਆਇਆ। ਗੁਰਪੂਰੇ ਹਰ ਨਾਮ ਸਿਧ ਪਾਇਆ, ਕੋ ਬਿਰਲਾ ਗੁਰਮਤਿ ਚੱਲੇ ਜੀਉ, ਕੋ ਬਿਰਲਾ ਗੁਰਮਤਿ ਚੱਲੇ ਜੀਉ। ਹਾਂ ਰਹਿ ਨਾ ਸਕਾਂ, ਹਾਂ ਰਹਿ ਨਾ ਸਕਾਂ, ਹਾਂ ਰਹਿ ਨਾ ਸਕਾਂ, ਬਿਨ ਦੇਖੇ ਪ੍ਰੀਤਵਾ ਮੈਂ ਨੀਰ ਬਹੇ ਬਹਿ ਚੱਲੇ ਜਿਉ, ਮੈਂ ਨੀਰ ਬਹੇ ਬਹਿ ਚੱਲੇ ਜਿਉ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਸੰਗਤਾਂ ਫਤਿਹ ਬੁਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਜੋ ਆਉਣ ਵਾਲੇ 2 ਸਾਲ ਲਈ ਮੁੱਖ ਸੇਵਾਦਾਰ ਚੁਣਿਆ ਹੈ ਸਰਦਾਰ ਮਨਪ੍ਰੀਤ ਸਿੰਘ ਜੀ ਢਾਲੀਵਾਲ, ਉਸ ਦੇ ਸੰਬੰਧ ਦੇ ਵਿੱਚ ਸਮੂਹ ਸਾਧ ਸੰਗਤ ਵੱਲੋਂ ਬਾਣੀ ਦਾ ਓਟ ਆਸਰਾ ਲਿਆ ਗਿਆ ਹੈ। ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਹਨ, ਹੁਣੇ ਭੋਗ ਪਾਏ ਗਏ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਾਰੀਆਂ ਹੀ ਸੰਗਤਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਇੱਕ 30 ਸਾਲ ਦੀ ਉਮਰ ਵਾਲੇ ਨੌਜਵਾਨ ਨੂੰ, ਜਾਣੀ ਕਿ ਛੋਟੀ ਜਿਹੀ ਉਮਰ ਦੇ ਵਿੱਚ ਅੰਮ੍ਰਿਤਪਾਨ ਕੀਤਾ ਹੋਇਆ ਸੀ, ਉਸ ਨੂੰ ਆਪਾਂ ਮੁੱਖ ਸੇਵਾਦਾਰ ਚੁਣਿਆ। ਇਹ ਮੇਰਾ ਖਿਆਲ ਇੰਗਲੈਂਡ ਦੇ ਵਿੱਚ, ਹੋ ਸਕਦਾ ਬਾਹਰ ਵੀ, ਇਹ ਪਹਿਲਾ ਇਤਿਹਾਸ ਜਿਹੜਾ ਸਾਡੇ ਗੁਰੂ ਘਰ ਨੇ ਸਿਰਜਿਆ। ਆਪਾਂ ਅਗਲੀ ਕਾਰਵਾਈ ਕਰਨ ਤੋਂ ਪਹਿਲਾਂ ਕੀਰਤਨੀ ਜਥਾ ਭਾਈ ਸੁਰਿੰਦਰ ਸਿੰਘ ਜੀ ਆਨੰਦ ਆਪ ਨੂੰ 10 ਮਿੰਟ ਲਈ
ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਉਸ ਤੋਂ ਉਪਰੰਤ ਅਗਲਾ ਪ੍ਰੋਗਰਾਮ ਦੱਸਿਆ ਜਾਵੇਗਾ। ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਪਰਮ ਸਨਮਾਨਯੋਗ ਰੂਪ ਸਾਧ ਸੰਗਤ ਜੀ, ਆਓ ਸਾਰੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਜਿਹੜੀ ਹੈ ਬੁਲਾਉਂਦੇ ਹੋਏ, ਦਾਸ ਤੁਹਾਨੂੰ 10 ਮਿੰਟ ਦਾ ਟਾਈਮ ਮਿਲਿਆ ਹੈ। ਦਾਸ ਨੇ ਇੱਕੋ ਹੀ ਸ਼ਬਦ ਦੀ ਹਾਜ਼ਰੀ ਭਰਨੀ ਹੈ 5-7 ਮਿੰਟ ਦੀ। ਬਾਕੀ ਦੀ ਜਿਹੜੀ ਕਾਰਵਾਈ ਜਿਹੜੀ ਹੈ ਆਪ ਜੀ ਨੇ ਸਰਵਣ ਕਰਨੀ ਹੈ। ਸਾਰਿਆਂ ਤੋਂ ਪਹਿਲਾਂ ਜੋ ਫਤਿਹ ਬੁਲਾਉਂਦੇ ਹੋਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਜਿੱਥੇ ਸਤਿਗੁਰੂ ਜੀ ਦੀਆਂ ਸੇਵਾਵਾਂ ਜਿਹੜੀਆਂ ਹਨ, ਚੰਗੇ ਕਰਮ ਕੀਤੇ ਹੋਣ, ਚੰਗੇ ਭਾਗ ਹੋਣ, ਇਹ ਗੁਰੂ ਘਰ ਦੀਆਂ ਸੇਵਾਵਾਂ ਜਿਹੜੀਆਂ ਹਨ ਇਹ ਮਿਲਦੀਆਂ ਹਨ। ਪਿਛਲੀ ਜਿਵੇਂ ਕਮੇਟੀ ਸਰਦਾਰ ਜੈਬ ਸਿੰਘ ਜੀ ਚੀਮਾ ਸਾਹਿਬ ਔਰ ਸਰਦਾਰ ਨਰਿੰਦਰ ਸਿੰਘ ਜੀ ਥਾਂਦੀ, ਸਰਦਾਰ ਅਵਤਾਰ ਸਿੰਘ ਜੀ ਮੁਰਾ ਅਲੀ, ਸਰਦਾਰ ਅਜੀਤ ਸਿੰਘ ਜੀ, ਕੁਲਵਿੰਦਰ ਸਿੰਘ ਜੀ, ਨਿਰਮਲ ਸਿੰਘ ਜੀ ਢਿੱਲੋਂ, ਭੱਟੀ ਸਾਹਿਬ ਜੀ ਅਤੇ ਹੋਰ ਪਤਵੰਤੇ ਸੱਜਣ ਜਿਹੜੇ ਹਨ, ਕਈਆਂ ਦੇ ਜਿਹੜੇ ਨਾਂ ਜਿਹੜੇ ਰਹਿ ਵੀ ਜਾਂਦੇ ਹਨ, ਮੈਂ ਉਹਨਾਂ ਕੋਲ ਖਿਮਾ ਮੰਗਦਾ ਹਾਂ, ਜਿਨ੍ਹਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਜਿੱਥੇ ਗੁਰੂ ਘਰ ਦੀ ਸੇਵਾ ਕੀਤੀ ਹੈ। ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਕਿ ਜਿੱਥੇ ਨਵੀਂ ਸੇਵਾ ਜਿਹੜੀ ਹੈ ਜੋ ਪ੍ਰਾਪਤ ਜਿਹੜੀ ਹੈ ਦੁਬਾਰਾ ਜੋ ਮਿਲੀ ਹੈ। ਸਰਦਾਰ ਮਨਪ੍ਰੀਤ ਸਿੰਘ ਜੀ, ਹੁਣੇ ਹੀ ਸਰਦਾਰ ਦਵਿੰਦਰ ਸਿੰਘ ਜੀ ਮਠੱਡਾ ਸਾਹਿਬ ਜੋ ਬੇਨਤੀ ਕਰ ਰਹੇ ਸਨ ਵੀ ਛੋਟੀ ਉਮਰ ਦੇ ਵਿੱਚ ਜੋ ਇਤਨੀ ਵੱਡੀ ਜਿਹੜੀ ਗੁਰੂ ਘਰ ਦੀ ਜਿਹੜੀ ਸੇਵਾ ਜਿਹੜੀ ਹੈ ਮਿਲਣੀ, ਇਹ ਉਸ ਵਾਹਿਗੁਰੂ ਅਕਾਲ ਪੁਰਖ ਦੀ ਅਪਾਰ ਕਿਰਪਾ ਹੋਏ, ਬਖਸ਼ਿਸ਼ ਹੋਏ ਅਤੇ ਇਹ ਸੇਵਾਵਾਂ ਜਿਹੜੀਆਂ ਮਿਲਦੀਆਂ ਹਨ। ਆਓ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਆਪਾਂ ਸਾਰਿਆਂ ਨੇ ਰਲ ਮਿਲ ਕੇ ਸੇਵਾ ਜਿਹੜੀ ਇਹ ਕਰਨੀ ਹੈ। ਮੈਂ ਸਾਰਿਆਂ ਦਾ ਹੀ, ਕਿਉਂਕਿ ਦਾਸ ਵੀ ਥੋੜ੍ਹਾ ਜਿਹਾ ਲੀਡਰੀ ਦੇ ਵਿੱਚ ਰੱਖਦਾ ਹੈ ਪੈਰ ਜਲੰਧਰ ਦੇ ਵਿੱਚ, ਇਸ ਕਰਕੇ ਥੋੜ੍ਹਾ ਜਿਹਾ ਮੈਨੂੰ ਵੀ ਸ਼ੌਕ ਹੁੰਦਾ ਹੈ ਕਿ ਵਿੱਚ ਥੋੜ੍ਹਾ ਜਿਹਾ ਨਾਲ ਜਿਹੜਾ ਹੈ ਬੋਲ ਜਿਹੜਾ ਦਿੱਤਾ ਜਾਵੇ। ਇਸ ਕਰਕੇ ਮੈਂ ਸਰਦਾਰ ਅਜੈਬ ਸਿੰਘ ਜੀ ਚੀਮਾ ਸਾਹਿਬ, ਉਹਨਾਂ ਕੋ ਵੀ ਦਾਸ ਨੇ ਜੋ ਪਹਿਲਾਂ ਗੱਲ ਕਰਕੇ ਫਿਰ ਸੰਗਤਾਂ ਦੀ, ਅਤੇ ਨਾਲ ਨਾਲ ਹੀ ਇੱਕ ਜ਼ਰੂਰੀ ਜੋ ਬੇਨਤੀ ਹੈ ਕਿ ਸਿੱਖ ਚੈਨਲ ਜਿਹੜਾ ਆਇਆ ਹੈ, ਜੋ ਸਿੱਖੀ ਸਿਧਾਂਤ ਨੂੰ, ਸਿੱਖੀ ਨੂੰ ਜੋ ਪ੍ਰਫੁੱਲਤਾ ਜਿਹੜੀ ਕਰ ਰਹੇ ਹਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਵਰਲਡ ਦੇ ਵਿੱਚ ਜਿਹੜੀ ਹੈ ਇਹ ਚੈਨਲ ਜਿਹੜਾ ਹੈ ਜਾਂਦਾ ਹੈ। ਅੱਜ ਵੀ ਇਹਦੀ ਜਿਹੜੀ ਰਿਕਾਰਡਿੰਗ ਜਿਹੜੀ ਹੈ ਜਿਹਦੀ ਵਰਲਡ ਦੇ ਵਿੱਚ ਜਾਣੀ ਹੈ ਇਸ ਗੁਰੂ ਘਰ ਦੀ। ਔਰ ਇਹ ਜਿਹੜਾ ਚੈਨਲ ਜਿਹੜਾ ਗੁਰਬਾਣੀ ਦਾ ਜਿੱਥੇ ਸਭ ਤੋਂ ਵੱਧ ਜਿਹੜਾ ਹੈ ਉਹ ਪ੍ਰਚਾਰ ਕਰ ਰਿਹਾ ਹੈ, ਅਤੇ ਤੁਹਾਡੀਆਂ ਸੇਵਾਵਾਂ ਜਿਹੜੀਆਂ ਸੰਗਤ ਦੀਆਂ ਸੇਵਾਵਾਂ ਜਿਹੜੀਆਂ ਹਨ ਬਹੁਤ ਜ਼ਰੂਰੀ ਹੁੰਦੀਆਂ ਹਨ। ਥੱਲੇ ਇਹਨਾਂ ਨੇ ਸਟਾਲ ਲਾਇਆ ਹੈ ਅਤੇ ਇਹਨਾਂ ਦੀ ਵੀ ਆਪਾਂ ਜਿਹੜੀ ਹੈ ਮਨ ਕਰਕੇ, ਤਨ ਕਰਕੇ, ਧਨ ਕਰਕੇ ਇਹਨਾਂ ਦੀ ਵੀ ਆਪਾਂ ਜਿਹੜੀ ਹੈ ਸੇਵਾ ਕਰਨੀ ਹੈ, ਕਿਉਂਕਿ ਚੈਨਲ ਜਿਹੜੇ ਹਨ ਇਹ ਜਿਹੜੇ ਹਨ ਮਾਇਆ ਤੋਂ ਬਗੈਰ ਜਿਹੜੇ ਨਹੀਂ ਚੱਲਦੇ ਹਨ। ਦਾਸ ਦਾ ਬੇਟਾ ਜਿਹੜਾ ਹੈ ਉਹ ਵੀ ਇਸੇ ਚੈਨਲ ਦੇ ਉੱਤੇ, ਰਣਜੀਤ ਸਿੰਘ ਆਨੰਦ, ਉਹ ਵੀ ਜੋ ਸਵੇਰੇ 7 ਤੋਂ 8 ਵਜੇ ਤੱਕ ਕਰਦੇ ਹੈ। ਔਰ ਇਹ ਸਾਰੇ ਹੀ ਚੈਨਲ ਆਪਣੇ ਦੇ ਨਾਲ ਬਹੁਤ ਹੀ ਪਿਆਰ ਸਤਿਕਾਰ ਤੁਹਾਡੇ ਨਾਲ ਵੀ ਸਾਰਿਆਂ ਦੇ ਨਾਲ ਹੈ। ਆਓ ਮੈਂ ਆਪ ਜੀ ਦਾ ਬਹੁਤਾ ਸਮਾਂ ਨਾ ਲਵਾਂ, ਇੱਕ ਗੁਰਬਾਣੀ ਦਾ ਸ਼ਬਦ ਜਿਹੜਾ ਆਪ ਜੀ ਨੇ ਸਰਵਣ ਕਰਨਾ ਹੈ, ਉਸ ਦੇ ਬਰੰਤ ਅਗਲੀ ਕਾਰਵਾਈ ਜਿਹੜੀ ਹੈ ਆਪ ਜੀ ਨੇ ਸਤਿਕਾਰਯੋਗ ਸਰਦਾਰ ਦਵਿੰਦਰ ਸਿੰਘ ਜੀ ਮਠੱਡਾ ਸਾਹਿਬ, ਉਹਨਾਂ ਪਾਸੋਂ ਸਾਰੀ ਸਰਵਣ ਕਰਨੀ। ਆਓ ਗੁਰਬਾਣੀ ਦੇ ਨਾਲ ਜੁੜੀਏ ਜੀ। ਆਪਣੇ ਸਤਿਗੁਰ ਕੈ ਬਲਹਾਰ, ਆਗੇ ਸੁਖ ਪਾਛੇ ਸੁਖ ਸਹਿਜਾ, ਘਰ ਆਨੰਦ ਹਮਾਰਾ। ਹਰ ਕਿਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਹਰ ਕਿਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਹਾਰੀ ਗੁਰੀ ਆਪਣੇ, ਬਲਹਾਰੀ ਗੁਰੀ ਆਪਣੇ, ਗੁਰ ਕੋ ਬਲ ਜਾਈਆਂ। ਹਰ ਕਿਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਹਰ ਕਿਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰ ਕੇ ਪਿਆਰੇ। ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਤੂੰ ਮੇਰੇ ਗੁਰੂ ਕੇ ਪਿਆਰੇ। ਹਰ
ਹਰ ਕਿਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਹਰ ਕਿਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਹਰ ਕੇ ਗੁਣ ਹਾਰੇ ਭਾਵਦੇ ਸੇ ਗੁਰ ਤੇ ਪਾਏ। ਹਰ ਕੇ ਗੁਣ ਹਾਰੇ ਭਾਵਦੇ ਸੇ ਗੁਰ ਤੇ ਪਾਏ। ਜਨ ਗੁਰ ਕਾ ਪਾਣਾ ਮੰਨਿਆ, ਜਨ ਗੁਰ ਕਾ ਪਾਣਾ ਮੰਨਿਆ, ਤਿਨ ਕੁਮ ਕੁਮ ਜਾਏ। ਹਰ ਕਿਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਹਰ ਕਿਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਹੋਂ ਵਾਰੀ। ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਹੋਂ ਵਾਰੀ। ਜਿਨ ਗੁਰ ਕੀ ਕੀਤੀ ਚਾਕਰੀ, ਜਿਨ ਗੁਰ ਕੀ ਕੀਤੀ ਚਾਕਰੀ, ਤਿਨ ਸਦ ਬਲਹਾਰੀ। ਹਰ ਕਿਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰਮੀਤ ਸੁਣਾਈਆਂ। ਹਰ ਕਿਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰਮੀਤ ਸੁਣਾਈਆਂ। ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਹੋਂ ਵਾਰੀ। ਜਿਨ ਗੁਰ ਕੀ ਕੀਤੀ ਚਾਕਰੀ, ਤਿਨ ਸਦ ਬਲਹਾਰੀ। ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ। ਹਰ ਹਰ ਤੇਰਾ ਨਾਮ, ਤੇਰਾ ਨਾਮ, ਤੇਰਾ ਨਾਮ ਹੈ। ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ। ਗੁਰ ਸੇਵਾ ਤੇ ਪਾਈਐ ਗੁਰਮੁਖ ਨਿਸਤਾਰਾ। ਜੋ ਹਰ ਨਾਮ ਤੇ ਆਇਂਦੇ ਜਨ ਪਰਵਾਨਾ। ਜੋ ਹਰ ਨਾਮ ਤੇ ਆਇਂਦੇ ਸੋ ਤਨ ਪਰਵਾਨਾ। ਤਿਨ ਵਿਟੋ ਨਾਨਕੀ ਵਾਰਿਆ। ਤਿਨ ਵਿਟੋ ਨਾਨਕੀ ਵਾਰਿਆ, ਸਦਾ ਸਦਾ ਕੁਰਬਾਨਾ। ਹਰ ਕਿਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਹਰ ਕਿਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਹਾਰੀ ਗੁਰ ਆਪਣੇ, ਬਲਹਾਰੀ ਗੁਰ ਆਪਣੇ, ਗੁਰ ਕੋ ਬਲ ਜਾਈਆਂ। ਹਰ ਕਿਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਗੁਰਮੀਤ ਸੁਣਾਈਆਂ। ਗੁਰਮੀਤ ਸੁਣਾਈਆਂ। ਗੁਰਮੀਤ ਸੁਣਾਈਆਂ। ਵਾਹ ਸੇਵਾ ਪ੍ਰਵਾਨ ਕਰੋ ਜੀ। ਅਗਲਾ ਪ੍ਰੋਗਰਾਮ ਆਪ ਜੀ ਸਰਵ ਕਰੀਏ। ਸਾਰੇ ਹੀ ਪਿਆਰ ਦਾ ਸਬੂਤ ਦਿੰਦੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਹ ਸੀ ਕੀਰਤਨੀ ਜਥਾ
ਭਾਈ ਸੁਰਿੰਦਰ ਸਿੰਘ ਜੀ ਆਨੰਦ, ਜਿਨ੍ਹਾਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਹੈ। ਅਸੀਂ ਇਹਨਾਂ ਦੇ ਪ੍ਰਬੰਧਕ ਕਮੇਟੀ ਵੱਲੋਂ ਅਤੇ ਗੁਰੂ ਪਿਆਰੀ ਸਾਧ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਇਹਨਾਂ ਦੀ ਚੜ੍ਹਦੀ ਕਲਾ ਰੱਖੇ, ਤਾਂ ਜੋ ਇੱਦਾਂ ਹੀ ਸੰਗਤਾਂ ਦੀ ਸੇਵਾ ਕਰਦੇ ਰਹਿਣ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਦਾਸ ਵੱਲੋਂ ਬੇਨਤੀ ਹੈ, ਸਰਦਾਰ ਅਜੈਬ ਸਿੰਘ ਜੀ ਚੀਮਾ, ਜਿਹੜੇ ਪਹਿਲਾਂ ਆਪਣੇ ਮੁੱਖ ਸੇਵਾਦਾਰ ਸੀ, ਉਹਨਾਂ ਨੂੰ ਬੇਨਤੀ ਹੈ ਉਹ ਸਟੇਜ 'ਤੇ ਆ ਕੇ ਸੰਗਤਾਂ ਦਾ ਆਪਣੇ ਵਿਚਾਰ ਪੇਸ਼ ਕਰਨ। ਗੁਰੂ ਮਹਾਰਾਜ ਦੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ। ਸੁਖਮਨੀ ਸਾਹਿਬ ਦੇ ਪਾਠ ਜੋ ਆਰੰਭ ਕਰਵਾਏ ਗਏ ਸਨ, ਉਹਨਾਂ ਦੇ ਹੁਣੇ ਹੁਣੇ ਭੋਗ ਪਏ ਹਨ। ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਲਈ, ਜੋ ਕਿ 2 ਸਾਲ ਲਈ ਸੇਵਾ ਸਾਡੀ ਟੀਮ ਨੂੰ ਬਖਸ਼ੀ ਗਈ ਹੈ। ਆਪ ਸੰਗਤਾਂ ਦਾ, ਆਪ ਜੀ ਨੂੰ ਬਹੁਤ ਬਹੁਤ ਜੀ ਆਇਆਂ, ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, 2.25 ਸਾਲ ਸੇਵਾ ਕੀਤੀ ਹੈ। ਆਪ ਜੀ ਨੇ ਬਹੁਤ ਹੀ ਸਾਡਾ ਸੰਯੋਗ ਦਿੱਤਾ। ਬੀਬੀਆਂ ਨੇ, ਭੈਣਾਂ ਨੇ, ਵੀਰਾਂ ਨੇ, ਬਜ਼ੁਰਗਾਂ ਨੇ, ਕੱਲੇ ਕੱਲੇ ਦਾ ਨਾਂ ਲਿਆ ਜਾਣਾ ਮੁਸ਼ਕਲ ਹੈ। ਆਪ ਜੀ ਨੇ ਕੋਈ ਕਸਰ ਨਹੀਂ ਛੱਡੀ। ਲੰਗਰਾਂ ਵਿੱਚ, ਬਿਲਡਿੰਗ ਦੇ ਕੰਮਾਂ ਵਿੱਚ, ਸਫਾਈਆਂ ਕਰਨ ਵਿੱਚ ਬੇਅੰਤ ਸੇਵਾਵਾਂ ਕੀਤੀਆਂ। ਦਾਸ ਵੱਲੋਂ ਸਮੁੱਚੀ ਪ੍ਰਬੰਧਕ ਕਮੇਟੀ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਰਿਣੀ ਹਾਂ। ਆਪ ਜੀ ਨੇ ਸਾਡਾ 2 ਸਾਲ ਬਹੁਤ ਵਧੀਆ ਸਹਿਯੋਗ ਦਿੱਤਾ। ਗੁਰੂ ਰੂਪ ਸਾਧ ਸੰਗਤ ਜੀ, ਇਸੇ ਹੀ ਤਰ੍ਹਾਂ ਸਾਡੀ ਇਹ ਸੋਚਣੀ ਸੀਗੀ ਕਿ ਅਗਲੇ 2 ਸਾਲ ਸਾਡੀ ਜਿਹੜੀ ਨਵੀਂ ਪੀੜ੍ਹੀ ਆ, ਨਵੀਂ ਜਨਰੇਸ਼ਨ ਆ, ਇਹਨੂੰ ਅਸੀਂ ਗੁਰੂ ਘਰ ਵਿੱਚ ਲਿਆਈਏ ਅਤੇ ਹੋਰ ਨਵੀਆਂ ਸਾਡੇ ਬੱਚੇ ਗੁਰੂ ਘਰ ਦੇ ਨਾਲ ਜੋੜਨ। ਇਸ ਕਰਕੇ ਮਨਪ੍ਰੀਤ ਸਿੰਘ ਧਾਰੀਵਾਲ ਨੇ 2 ਸਾਲ ਸੇਵਾ ਇਸ ਕਮੇਟੀ ਵਿੱਚ ਕੀਤੀ। ਇਹਨਾਂ ਬੱਚਿਆਂ ਦਾ ਬਹੁਤ ਵਧੀਆ ਯੋਗਦਾਨ ਰਿਹਾ। ਇਨੀ ਬਹੁਤ ਵਧੀਆ ਕੰਮ ਕੀਤੇ। ਹਰੇਕ ਟੀਮਾਂ ਬਣਾਈਆਂ ਗਈਆਂ ਤੇ ਆਪੋ ਆਪਣੀ ਟੀਮ ਇਹ ਕੰਮ ਕਰਦੀ ਰਹੀ। ਅਸੀਂ ਹੋਰ ਵੀ ਗੁਰੂ ਘਰਾਂ ਨੂੰ ਬੇਨਤੀ ਕਰਦੇ ਹਾਂ ਕਿ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਵੇ, ਤਾਂ ਜੋ ਕਿ ਆਉਣ ਵਾਲੇ ਪ੍ਰਬੰਧ ਸਾਡੇ ਗੁਰੂ ਘਰਾਂ ਦੇ ਇਨੀ ਹੀ ਸਾਹਮਣੇ ਹਨ, ਇਹਨਾਂ ਨੂੰ ਮੌਕਾ ਦਿੱਤਾ ਜਾਵੇ। ਸਾਧ ਸੰਗਤ ਜੀ, ਆਪ ਜੀ ਨੇ ਸਾਡਾ ਬਹੁਤ ਸਾਥ ਦਿੱਤਾ। 2 ਸਾਲਾਂ, 2.25 ਸਾਲਾਂ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਵੀ ਹੋ ਜਾਂਦੀਆਂ ਹਨ। ਸਾਧ ਸੰਗਤ ਅਤੇ ਗੁਰੂ ਬਖਸ਼ਣਯੋਗ ਹੈ। ਮਾਫੀ ਮੰਗਦੇ ਹਾਂ। ਅਖੀਰ ਵਿੱਚ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਬੇਨਤੀ ਕਰੂੰਗਾ ਸਾਡੀ ਭੈਣ ਕਸ਼ਮੀਰ ਕੌਰ ਜੀ, ਉਹ ਵੀ ਸਟੇਜ 'ਤੇ ਆਉਣ ਕਰਕੇ ਇਹਨਾਂ ਨੂੰ ਮੈਂ ਬੇਨਤੀ ਕਰਦਾ। ਗਿਆਨੀ ਮਾਲਾ ਸਿੰਘ ਜੀ ਹੁਣੀ ਸਾਡੇ ਹੈੱਡ ਗ੍ਰੰਥੀ ਆ, ਉਹ ਇਹਨਾਂ ਨੂੰ ਸਰੋਪੋ ਦੇਣਗੇ। ਬੋਲੇ ਸੋ ਨਿਹਾਲ, ਸ੍ਰੀ ਅਕਾਲ। ਮੈਂ ਬੇਨਤੀ ਕਰੂੰਗਾ ਸਰਦਾਰ ਅਜੈਬ ਸਿੰਘ ਚੀਮਾ ਹੁਣਾਂ ਨੂੰ
ਉਹ ਇੱਥੇ ਰਹਿਣ। ਹੁਣ ਬੇਨਤੀ ਆ ਸਾਡੇ ਜਿਹੜੇ ਆਉਣ ਵਾਲੇ ਮੁੱਖ ਸੇਵਾਦਾਰ ਸਰਦਾਰ ਮਨਪ੍ਰੀਤ ਸਿੰਘ ਜੀ ਧਾਲੀਵਾਲ ਉਹ ਸਟੇਜ ਤੇ ਆਉਣ। ਉਹਨਾਂ ਨੂੰ ਵੀ ਗਿਆਨੀ ਜੀ ਸਾਡੇ ਹੈੱਡ ਗ੍ਰੰਥੀ ਸਰੂਪਾ ਦੇਣਗੇ ਤੇ ਫਿਰ ਉਹ ਆਪਣੇ ਵਿਚਾਰ ਵੀ ਸਾਂਝੇ ਕਰਨਗੇ ਸੰਗਤਾਂ ਦੇ ਨਾਲ। ਮਨਪ੍ਰੀਤ ਸਿੰਘ ਜੀ ਧਾਲੀਵਾਲ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਹੁਣ ਦਾਸ ਵੱਲੋਂ ਬੇਨਤੀ ਆ ਸਰਦਾਰ ਮਨਪ੍ਰੀਤ ਸਿੰਘ ਜੀ ਧਾਲੀਵਾਲ ਉਹ 2 ਮਿੰਟ ਲਈ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੀ ਹੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਭੋਗ ਪਏ ਹਨ। ਆਪ ਸਭਨਾਂ ਨੇ ਅਰਦਾਸ ਵਿੱਚ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ। ਮੇਰੇ ਵੱਲੋਂ ਫਿਰ ਗੁਰੂ ਮਹਾਰਾਜ ਜੀ ਦਾ ਕੋਟ-ਕੋਟ ਧੰਨਵਾਦ, ਜਿਨ੍ਹਾਂ ਨੇ ਆਪ ਬਖਸ਼ਿਸ਼ ਕਰਕੇ ਮੈਨੂੰ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸ ਦੇ ਨਾਲ ਮੈਂ ਆਪ ਸਭ ਸੰਗਤਾਂ ਨੂੰ ਬਹੁਤ ਧੰਨਵਾਦ ਕਰਦਾ ਹਾਂ ਕਿ ਆਪ ਸੰਗਤਾਂ ਨੇ ਮੇਰੇ ਉੱਪਰ ਵਿਸ਼ਵਾਸ ਕਰਕੇ ਮੈਨੂੰ ਮੁੱਖ ਸੇਵਾਦਾਰ ਚੁਣਿਆ ਹੈ। For many years, Sangat, not just in Gravesend, but across the whole UK, have urged younger people to get involved in the management of Gurdwara. Our Gurdwara will now be remembered for taking the first steps. I would like to thank the entire Sangat for supporting me and trusting me to be your Mukh Sevadar. ਸਾਧ ਸੰਗਤ ਜੀ, ਇਲੈਕਸ਼ਨ ਵਾਲਾ ਮਾਹੌਲ ਹੁਣ ਖਤਮ ਹੋ ਗਿਆ। ਆਓ ਆਪਾਂ ਸੰਗਤ ਰੂਪ ਬੈਠੀਏ। ਗੁਰੂ ਘਰ ਦੀ ਬਿਹਤਰੀ ਲਈ ਅਸੀਂ ਸਾਰੇ ਰਲ ਕੇ ਸੇਵਾ ਕਰੀਏ। ਅਸੀਂ ਗੁਰੂ ਘਰ ਵਿੱਚ ਵੱਖ-ਵੱਖ ਕੰਮਾਂ ਲਈ ਵੱਖ-ਵੱਖ ਟੀਮਾਂ ਬਣਾਈਆਂ ਹਨ। ਸਾਰੀਆਂ ਟੀਮਾਂ ਦੇ ਵੱਖਰੇ ਟੀਮ ਹੈੱਡ ਬਣਾਏ ਹਨ। ਪਿਛਲੇ 2 ਸਾਲਾਂ ਵਿੱਚ ਇਹ ਤਜਰਬਾ ਬਹੁਤ ਸਫਲ ਰਿਹਾ। ਪਰ ਸੰਗਤ ਜੀ, ਸਾਨੂੰ ਸਾਰੀਆਂ ਟੀਮਾਂ ਵਿੱਚ ਬਹੁਤ ਸੇਵਾਦਾਰ ਦੀ ਲੋੜ ਹੈ। ਅਗਰ ਕੋਈ ਵੀ ਵੀਰ ਭੈਣ ਜਾਂ ਬਜ਼ੁਰਗ ਜੇ ਕੋਈ ਵੀ ਟੀਮ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਤੁਸੀਂ ਮੇਰੇ ਨਾਲ ਜ਼ਰੂਰ ਕੰਟੈਕਟ ਕਰੋ ਜਾਂ ਸਾਡੇ ਆਫਿਸ ਵਿੱਚ ਆਪਣਾ ਨਾਂ ਦੇਵੋ। With me is a very strong team of hard-working Sevadars who have the required skills, knowledge and experience to run this Gurdwara. However, we still need more Sevadars to help support the many teams we have. Should anyone wish to participate in Seva, then please contact me directly or complete one of the Sevadar forms which are available from the office. Everyone is welcome to do Seva, and any input you can provide will be valued. The election process is now over. Let's put aside our differences and all work together as one community for the benefit of our Gurdwara. Together, we will develop our Gurdwara into a leading Sikh institution, both nationally and internationally, releasing its full potential for the entire Sangat. ਇੱਕ ਵਾਰ ਫਿਰ ਮੇਰੇ ਵੱਲੋਂ ਆਈਆਂ ਸਭ ਸੰਗਤਾਂ ਦਾ ਬਹੁਤ ਧੰਨਵਾਦ। ਆਓ ਅਸੀਂ ਸਾਰੇ ਰਲ ਕੇ ਕੰਮ ਕਰੀਏ ਅਤੇ ਆਪਣੀ ਕੌਮ ਨੂੰ ਤਰੱਕੀ ਵੱਲ ਲੈ ਕੇ ਜਾਈਏ। ਭੁੱਲ ਚੁੱਕ ਮਾਫ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸਨ ਸਾਡੇ ਮੁੱਖ ਸੇਵਾਦਾਰ ਜਿਹੜਿਆਂ ਨੇ ਆਉਣ ਵਾਲੇ 2 ਸਾਲਾਂ ਵਿੱਚ ਜਿਹੜੀ ਗੁਰੂ ਘਰ ਸੇਵਾ ਕਰਨੀ ਹੈ। ਤੇ ਦਾਸ ਵੱਲੋਂ ਜਿਹੜੀ ਕਮੇਟੀ ਚੁਣੀ ਗਈ ਹੈ, ਕਿਉਂਕਿ ਕਮੇਟੀ ਮੈਂਬਰ ਜਿਹੜੇ ਆ ਉਹਨਾਂ ਦੀ ਲਿਸਟ ਕਾਫੀ ਲੰਮੀ ਆ। ਸਾਡੇ ਕੋਲ ਸਾਡੇ ਬੀਬੀਆਂ ਵੀ, ਸਾਡੇ ਭੈਣ, ਸਾਡੇ ਵੀਰ, ਜੋ ਵੀ ਸਾਡੇ ਬਜ਼ੁਰਗ, ਉਹਨਾਂ ਦੀ ਲਿਸਟ ਜਿਹੜੀ ਆ ਉਹ ਨੋਟਿਸ ਬੋਰਡ 'ਤੇ ਲਾਈ ਜਾਊਗੀ। ਜਿਹੜੇ ਆ ਹੈੱਡ ਸਾਡੇ ਕੋਲ ਕਮੇਟੀ ਟੀਮ ਜਿਹੜੀ ਬਣੀ ਆ ਉਹ ਆਪ ਨੂੰ ਜ਼ਰੂਰ ਦੱਸਿਆ ਜਾਵੇਗਾ। ਮੁੱਖ ਸੇਵਾਦਾਰ ਸਰਦਾਰ ਮਨਪ੍ਰੀਤ ਸਿੰਘ ਜੀ ਧਾਲੀਵਾਲ, ਡਿਪਟੀ ਸੇਵਾਦਾਰ ਸਰਦਾਰ ਕੁਲਵਿੰਦਰ ਸਿੰਘ ਜੀ ਸੰਧੂ,
ਸਰਦਾਰ ਅਜੀਤ ਸਿੰਘ ਜੀ ਕਲੇਰ, ਸਰਦਾਰ ਇੰਦਰਪਾਲ ਸਿੰਘ ਜੀ ਸਾਲ, ਸਰਦਾਰ ਨਾਨਕ ਸਿੰਘ ਜੀ, ਸਰਦਾਰ ਗੁਰਮੇਜ ਸਿੰਘ ਜੀ ਜੰਡਾਲੀ, ਸਰਦਾਰ ਬਲਜੀਤ ਸਿੰਘ ਜੀ ਹੇਰ, ਸਰਦਾਰ ਬਲਜੀਤ ਸਿੰਘ ਜੀ ਕੰਗ। ਇਹ ਸਾਡੇ ਜਿਹੜੇ 22 ਸੇਵਾਦਾਰ ਆ, 22 ਪ੍ਰਧਾਨ। ਸਾਡੇ ਖਜ਼ਾਨਚੀ ਜਿੱਦਾਂ ਪਹਿਲਾਂ ਚੱਲੇ ਆਉਂਦੇ ਆ, ਸਰਦਾਰ ਸੋਹਣ ਸਿੰਘ ਜੀ ਭੱਟੀ, ਉਹਨਾਂ ਦੇ ਨਾਲ ਸੰਤੋਸ਼ ਰਾਣੀ ਕੌਰ ਜੋ ਕਿ ਨਾਲ ਉਹਨਾਂ ਦੇ ਹਮੇਸ਼ਾ ਸਾਥ ਦਿੰਦੀ ਆ, ਉਹ ਸੇਵਾ ਕਰਦੇ ਆ। ਇਸੇ ਤਰ੍ਹਾਂ ਜਨਰਲ ਸਕੱਤਰ ਦਾਸ ਦੇ ਨਾਲ ਸਰਦਾਰ ਬਲਵਿੰਦਰ ਸਿੰਘ ਜੀ ਚੀਮਾ ਅਤੇ ਨਾਲ ਜਗਦੇਵ ਸਿੰਘ ਜੀ ਬਿਰਦੀ, ਇਹ ਦਾਸ ਦੇ ਨਾਲ ਸੇਵਾ ਕਰਨਗੇ ਜਨਰਲ ਸੈਕਟਰੀ ਦੀ। ਉਸ ਤੋਂ ਬਾਅਦ ਜੋ ਸਟੇਜ ਸਕੱਤਰ ਆ, ਉਹ ਜਿਹੜੇ ਸਰਦਾਰ ਗੁਰਨਾਮ ਸਿੰਘ ਜੀ ਢਾਲੀਵਾਲ ਅਤੇ ਬੀਬੀ ਤਜਿੰਦਰਜੀਤ ਕੌਰ ਜੀ ਸੰਘੇੜਾ, ਉਹ ਆਪਣੀ ਜਿਹੜੀ ਵੱਖਰੀ ਉਹਨਾਂ ਦੀ ਜਿੱਦਾਂ ਟੀਮ ਆ ਉਹ ਬਣਾਉਣਗੇ। ਉਸ ਤੋਂ ਬਾਅਦ ਡੇਟਾ ਕੰਟਰੋਲ ਜਿਹੜੇ ਸਾਡੇ ਗੁਰਪ੍ਰੀਤ ਸਿੰਘ ਜੀ ਹੰਜਨ, ਐਡੀਟਰ ਜਿਹੜੇ ਆ ਦਿਆਲ ਸਿੰਘ ਜੀ ਸੰਧੂ, ਰਜਿੰਦਰ ਸਿੰਘ ਜੀ ਅਟਵਾਲ। ਸਾਡੇ ਇੰਪਲੋਇਮੈਂਟ ਜਿਹੜੀ ਟੀਮ ਆ ਉਹਨਾਂ ਦੇ ਵਿੱਚ ਬੀਬੀ ਗੁਰਨੀਤ ਕੌਰ ਜੀ ਬੈਂਸ। ਸਾਡੇ ਜਿਹੜੇ ਕਮਿਊਨੀਕੇਸ਼ਨ ਦੀ ਟੀਮ ਆ ਉਹਨਾਂ ਵਿੱਚ ਸਰਦਾਰ ਜਗਜੀਤ ਸਿੰਘ ਜੀ ਢਾਲੀਵਾਲ, ਰੁਪਿੰਦਰ ਕੌਰ ਜੀ ਸੋਢੀ। ਸਾਡੇ ਧਰਮ ਪ੍ਰਚਾਰ ਕਮੇਟੀ ਸਰਦਾਰ ਝਾਲਮਰ ਸਿੰਘ ਜੀ ਢੰਡਾ, ਸਰਦਾਰ ਸੁਖਵਿੰਦਰ ਸਿੰਘ ਜੀ ਢਾਲੀਵਾਲ, ਸਰਦਾਰ ਦਪਿੰਦਰ ਸਿੰਘ ਜੀ। ਐਜੂਕੇਸ਼ਨ ਜਿਹੜਾ ਡਿਪਾਰਟਮੈਂਟ ਆ ਉਹਦੇ ਵਿੱਚ ਬੀਬੀ ਪ੍ਰਿਤਪਾਲ ਕੌਰ ਜੀ, ਸਰਦਾਰ ਨਰਿੰਦਰਜੀਤ ਸਿੰਘ ਜੀ ਸੰਧੀ, ਬੀਬੀ ਹਰਪ੍ਰੀਤ ਕੌਰ ਸੰਧੂ ਅਤੇ ਸਰਦਾਰ ਰਣਧੀਰ ਸਿੰਘ ਜੀ ਸੋਢੀ। ਇਸੇ ਤਰ੍ਹਾਂ ਜੋ IT ਟੀਮ ਦੇ ਵਿੱਚ ਕੰਮ ਕਰਦੇ ਆ ਉਹ ਸਾਡੇ ਇੰਦਰਪਾਲ ਸਿੰਘ ਜੀ ਸਾਲ ਅਤੇ ਗੁਰਦੀਪ ਸਿੰਘ ਜੀ ਕਲੇਰ। ਜੋ ਬਿਲਡਿੰਗ ਦੀ ਸਾਡੀ ਟੀਮ ਆ ਸਰਦਾਰ ਮਨਜੀਤ ਸਿੰਘ ਜੀ ਛੇਤਰਾ ਅਤੇ ਕੁਲਦੀਪ ਸਿੰਘ ਜੀ ਕੰਦੋਲਾ ਅਤੇ ਮੁਖਤਿਆਰ ਸਿੰਘ ਜੀ ਢਿੱਲੋਂ। ਇਸੇ ਤਰ੍ਹਾਂ ਜੋ ਲੰਗਰ ਦੀ ਸੇਵਾ ਆ ਟੀਮ ਜਿਹੜੀ ਬਣੀ ਆ, ਬੀਬੀ ਜਸਵਿੰਦਰ ਕੌਰ ਜੀ ਢਾਲੀਵਾਲ, ਬੀਬੀ ਜਸਵਿੰਦਰ ਕੌਰ, ਬੀਬੀ ਕਮਲਜੀਤ ਕੌਰ ਜੀ ਮਠੱਡਾ, ਬੀਬੀ ਹਰਭਜਨ ਕੌਰ ਜੀ ਜੱਜ। ਇਸੇ ਤਰ੍ਹਾਂ ਸਾਡੀ ਭੈਣ ਕਸ਼ਮੀਰ ਕੌਰ ਚੀਮਾ, ਇਹ ਸਰਦਾਰ ਸਤਵਿੰਦਰ ਸਿੰਘ ਜੀ ਹੇਅਰ। ਇਸੇ ਤਰ੍ਹਾਂ ਜੋ ਰਿਸੈਪਸ਼ਨ ਦੇ ਵਿੱਚ ਆ ਬੀਬੀ ਮਹਿੰਦਰ ਕੌਰ ਜੀ ਹੇਅਰ ਅਤੇ ਬੀਬੀ ਦਪਿੰਦਰ ਕੌਰ ਜੀ ਗਿੱਲ। ਜੋ ਸਪੋਰਟਸ ਕਮੇਟੀ ਆ ਉਹਦੇ ਵਿੱਚ ਟੋਨੀ ਸਿੰਘ ਰਾਣਾ, ਸਰਦਾਰ ਸਤਨਾਮ ਸਿੰਘ ਜੀ ਮਠੱਡਾ, ਸਰਦਾਰ ਜਸਵਿੰਦਰ ਸਿੰਘ ਜੀ ਬਿੱਟੂ ਭਰੋਲੀ, ਸਰਦਾਰ ਕੁਲਵਿੰਦਰ ਸਿੰਘ ਜੀ ਸੋਹਤਾ, ਸਰਦਾਰ ਅਜੀਤ ਸਿੰਘ ਜੀ ਖਹਿਰਾ। ਇਸੇ ਤਰ੍ਹਾਂ ਜਿਹੜੀ ਸਿਕਿਉਰਟੀ ਦੀ ਟੀਮ ਆ ਸਰਦਾਰ ਕਲਤਾਰ ਸਿੰਘ ਜੀ, ਸਰਦਾਰ ਹਰਿੰਦਰ ਸਿੰਘ ਜੀ ਅਤੇ ਸਰਦਾਰ ਸ਼ੇਰਾ ਸਿੰਘ ਜੀ। ਅਤੇ ਜੋ ਕੈਰੀਅਰ ਐਡਵਾਈਜ਼ਰ ਆ ਉਹ ਸਰਦਾਰ ਜਸਵਿੰਦਰ ਸਿੰਘ ਜੀ ਘੁੱਲਰ ਅਤੇ ਸਰਦਾਰ ਸਿਮਰਜੀਤ ਸਿੰਘ ਜੀ ਬੈਂਸ। ਇਹ ਜੋ ਸਾਡੇ ਹੈੱਡ ਕਮੇਟੀ ਆ ਜਿਹੜੀ ਜਿਨ੍ਹਾਂ ਦੇ ਮੈਂਬਰ ਆ, ਇਹਨਾਂ ਨੇ ਕਹਾ ਆਪਣੀਆਂ ਜਿਹੜੀਆਂ ਟੀਮਾਂ ਬਣਾਉਣੀਆਂ ਆ। ਮੈਂ ਦਾਸ ਸਾਰੀਆਂ ਹੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਜੋ ਮੈਂਬਰਾਂ ਦੀ ਸਾਰੀ ਲਿਸਟ ਆ ਇਹ ਨੋਟਸ ਬੋਰਡ 'ਤੇ 1 ਵੀਕ ਤੋਂ ਬਾਅਦ ਨੈਕਸਟ ਵੀਕ ਜਿਹੜੀ ਲਾ ਦਿੱਤੀ ਜਾਵੇਗੀ। ਅਤੇ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ, ਆਪਾਂ ਜਿੱਦਾਂ ਪਿਛਲੇ 2 ਸਾਲਾਂ ਵਿੱਚ ਕੰਮ ਕੀਤਾ ਇਸੇ ਤਰ੍ਹਾਂ ਸਰਦਾਰ ਮਨਪ੍ਰੀਤ ਸਿੰਘ ਜੀ ਢਾਲੀਵਾਲ ਦਾ ਆਪਾਂ ਸਾਰਿਆਂ ਨੇ ਸਾਥ ਦੇਣਾ ਆ। ਆਪਾਂ ਇੱਕ ਇਹ ਦਿਲਾਂ ਦੇ ਵਿੱਚੋਂ ਕੱਢ ਕੇ ਵੀ ਕਿਸੇ ਦੇ ਨਾਲ ਸਾਨੂੰ ਈਰਖਾ ਨਹੀਂ ਹੋਣੀ ਚਾਹੀਦੀ, ਸਾਰਿਆਂ ਨੇ ਰਲ ਮਿਲ ਕੇ ਕੋਈ ਗਰੁੱਪਬਾਜ਼ੀ ਨਹੀਂ ਹੋਣੀ ਚਾਹੀਦੀ। ਆਪਾਂ ਸਿਰਫ ਕੰਮ ਕਰਨਾ, ਆਪਾਂ ਸੇਵਾ ਕਰਨੀ ਆ, ਇੱਕ ਗੁਰੂ ਘਰ ਨੂੰ ਗੁਰੂ ਘਰ ਸਮਝ ਕੇ ਸੇਵਾ ਕਰਨੀ ਆ। ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਈ ਸੇਵਾ ਕਰਨੀ ਆ। ਇਹ ਸਾਰਿਆਂ ਦੇ ਦਿਲਾਂ ਵਿੱਚ ਇਹ ਹੋਣਾ ਚਾਹੀਦਾ। ਸਾਨੂੰ ਕੋਈ ਵੀ ਇੱਥੇ ਭੇਦਭਾਵ ਨਹੀਂ ਹੋਣਾ ਚਾਹੀਦਾ, ਕੋਈ ਗਰੁੱਪਬਾਜ਼ੀ ਨਹੀਂ ਹੋਣੀ ਚਾਹੀਦੀ। ਇਹ ਆਖਰ ਦੇ ਵਿੱਚ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ, ਆਪਾਂ ਰਲ ਮਿਲ ਕੇ ਇਸ ਗੁਰੂ ਘਰ ਲਈ ਸੇਵਾ ਕਰਨੀ ਆ। ਅਤੇ ਆਖਰ ਦੇ ਵਿੱਚ ਜੇ ਕੋਈ ਭੁੱਲ ਚੁੱਕ ਹੋਵੇ ਮਾਫ ਕਰਨੀ। ਹੁਣ ਸਮਾਪਤੀ ਦੀ ਅਰਦਾਸ ਹੋਵੇਗੀ, ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਹਰ ਨਾਮ ਮੈਂ ਹਰ ਮਨ ਪਾਇਆ, ਵਡ ਭਾਗੀ ਹਰ ਨਾਮ ਧਿਆਇਆ।
ਵਡਭਾਗੀ ਹਰ ਨਾਮ ਧਿਆਇਆ ਗੁਰਪੂਰੇ ਹਰ ਨਾਮ ਸਿਧ ਪਾਇਆ ਕੋ ਬਿਰਲਾ ਗੁਰਮਤਿ ਚੱਲੇ ਜੀਉ ਕੋ ਬਿਰਲਾ ਗੁਰਮਤਿ ਚੱਲੇ ਹਾਂ ਰਹਿ ਨਾ ਸਕਾਂ ਹਾਂ ਰਹਿ ਨਾ ਸਕਾਂ ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਵਾ ਮੈਂ ਨੀਰ ਬਹਿ ਬਹਿ ਚੱਲੇ ਜਿਉ ਮੈਂ ਨੀਰ ਬਹਿ ਬਹਿ ਚੱਲੇ ਜਿਉ ਨਾਲ ਆਏ ਹਨ, ਉਹਨਾਂ ਨੂੰ ਬੇਨਤੀ ਆ ਉਹ ਵੀ ਅੱਜ ਇਸ ਖੁਸ਼ੀ ਦੇ ਮੌਕੇ ਤੇ ਸੰਗਤਾਂ ਦੇ ਨਾਲ 2 ਮਿੰਟ ਲਈ ਵਿਚਾਰ ਸਾਂਝੇ ਕਰਨਾ ਚਾਹੁੰਦੇ ਹਨ। ਸਰਦਾਰ ਜਗਤਾਰ ਸਿੰਘ ਜੀ ਨਿੱਜਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆਪਣੇ ਦੁਨਿਆਵੀ ਧੰਦਿਆਂ ਨੂੰ ਛੱਡ ਕੇ ਗੁਰੂ ਦਾ ਹਰ ਜਸ ਗੁਰੂ ਕੀਰਤਨ ਸੁਣ ਰਹੀ ਗੁਰੂ ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਰਵਿਦਾਸ ਜੀ ਅਤੇ ਗੁਰੂ ਹਰਿ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਵਧਾਈਆਂ ਹੋਣ। ਔਰ ਨਾਲ ਹੀ ਜਿਹੜੀ ਇਹ ਨਵੀਂ ਕਮੇਟੀ ਦੀ ਚੋਣ ਤੁਸੀਂ ਕੀਤੀ ਆ ਬੜੀ ਸੂਝ-ਬੂਝ ਦੇ ਨਾਲ, ਮਨਪ੍ਰੀਤ ਸਿੰਘ ਜੀ ਧਾਰੀਵਾਲ, ਜਿਨ੍ਹਾਂ ਨੂੰ ਕਿ ਦੋਹਰੀ ਵਾਰੀ ਤੁਹਾਂ ਇਹ ਸਮਾਂ ਬਖਸ਼ਿਆ। ਗੁਰੂ ਪਿਆਰਿਓ 2020 ਜਿੱਥੇ ਚੜ੍ਹਿਆ ਹੈ ਉੱਥੇ ਬੜੀਆਂ ਤਬਦੀਲੀਆਂ ਆ ਰਹੀਆਂ ਹਨ। ਉਸੇ ਇਹਨਾਂ ਤਬਦੀਲੀਆਂ ਦੇ ਵਿੱਚੋਂ ਇਹ ਤਬਦੀਲੀ ਵੇਖਣ ਨੂੰ ਮਿਲੀ ਆ, ਕਿਉਂਕਿ ਬੜੇ ਸਾਲਾਂ ਤੋਂ ਆਪਾਂ ਇਹ ਸੁਣਦੇ ਆਏ ਆ ਕਿ ਨੌਜਵਾਨ ਆਪਾਂ ਨੂੰ ਸਾਂਭਣਾ ਚਾਹੀਦਾ, ਆਪਣੇ ਬੱਚੇ ਆਉਣ ਵਾਲਾ ਭਵਿੱਖ ਆ, ਜੇ ਬੱਚੇ ਸਾਂਭ ਲਏ ਸਭ ਕੁਝ ਸਾਂਭ ਲਿਆ। ਅਤੇ ਗੁਰੂ ਪਿਆਰਿਓ ਇਹ ਇੱਕ ਤੁਹਾਡੀ ਸੂਝ-ਬੂਝ ਦੀ ਨਿਸ਼ਾਨੀ ਆ, ਕਿਉਂਕਿ ਆਪਾਂ ਜਿਹੜੇ ਬਜ਼ੁਰਗ ਆ ਕਿੰਨਾ ਕੁ ਚਿਰ ਰਹਿਣਾ, ਅਖੀਰ ਦੇ ਵਿੱਚ ਇਹ ਜਿਹੜਾ ਵਾਗਡੋਰ ਇਹਨਾਂ ਨੂੰ ਦੇਣੀ ਚਾਹੀਦੀ ਆ। ਅਤੇ ਮੈਂ ਧੰਨਵਾਦ ਕਰਦਾ ਜਿਹੜੇ ਮੁੱਖ ਸੇਵਾਦਾਰ, ਜਿਹੜੇ ਇਹ ਸੇਵਾ ਮੁਕਤ ਭਾਈ ਸਾਹਿਬ ਭਾਈ ਅਜੈਬ ਸਿੰਘ, ਜਿਨ੍ਹਾਂ ਦੀ ਇਹ ਸੋਚ ਸੀ ਕਿ ਨੌਜਵਾਨ ਅੱਗੇ ਆਉਣ। ਇਹ ਇੱਕ ਵਰਲਡ ਦੇ ਵਿੱਚ ਜਿਹੜਾ ਵਾ ਮੈਸੇਜ ਜਾ ਰਿਹਾ ਗੁਰੂ ਪਿਆਰਿਓ ਸਿੱਖ ਚੈਨਲ ਦੀ ਅੱਖ ਦੇ ਨਾਲ। ਔਰ ਜਿੱਥੇ ਮੈਂ ਤਬਦੀਲੀ ਵੇਖੀ ਆ ਗੁਰੂ ਪਿਆਰਿਓ, ਉੱਥੇ ਮੈਂ ਬੀਬੀਆਂ ਦੇ ਵਿੱਚ ਵੀ ਇੱਥੇ ਤਬਦੀਲੀ ਵੇਖੀ ਆ, ਕਿਉਂਕਿ ਹਰ ਹਫ਼ਤੇ ਤਕਰੀਬਨ 8 ਸਾਲ ਹੋ ਗਿਆ ਕਿਤੇ ਨਾ ਕਿਤੇ ਵਰਲਡ ਦੇ ਵਿੱਚ ਜਾਣ ਦਾ ਮੌਕਾ ਮਿਲਦਾ। ਮੈਂ ਵੇਖਿਆ ਕਿ ਜਦੋਂ ਕੀਰਤਨ ਕਰ ਰਹੇ ਸੀ, ਬੀਬੀਆਂ ਵੀ ਉੱਠ ਕੇ ਉਹਨਾਂ ਦਾ ਮਾਣ ਤਾਣ ਕਰ ਰਹੀਆਂ, ਨਹੀਂ ਤੇ ਆਮ ਬੀਬੀਆਂ ਬੈਠੀਆਂ ਰਹਿੰਦੀਆਂ। ਔਰ ਬੀਬੀਆਂ ਜਦੋਂ ਕਿਤੇ ਨਗਰ ਕੀਰਤਨ ਕਰੀਏ ਅਤੇ ਜੇ ਉਹਨਾਂ ਦੇ ਗਾੜੀ ਮੈਕ ਕਰੀਏ ਤਾਂ ਉਹ ਭੱਜ ਜਾਂਦੀਆਂ, ਦੂਜੀਆਂ ਨੂੰ ਵੀ ਨਾਲ ਭਜਾ ਕੇ ਲੈ ਜਾਂਦੀਆਂ, ਭਾਜੋ ਭਾਜੋ ਆ ਗਏ ਆ ਗਏ ਆ ਗਏ। ਅਜੇ ਵੀ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਜਿਹੜੀਆਂ ਇਹਨਾਂ ਦੇ ਦਿਲਾਂ ਦੇ ਵਿੱਚੋਂ ਨਿਕਲਣੀਆਂ ਚਾਹੀਦੀਆਂ। ਮੈਂ ਬੜਾ ਖੁਸ਼ ਹੋਇਆ ਕਿ ਜਿਹੜਾ ਵਾ ਖਜ਼ਾਨਾ ਤੁਹਾਡੇ ਕੋਲ ਹੁੰਦਾ ਵਾ ਬੀਬੀਓ, ਪਰਸ ਤੁਹਾਡੇ ਕੋਲ ਹੁੰਦੇ ਆ। ਸੋ ਜ਼ਰੂਰ ਜਦੋਂ ਕੋਈ ਕਥਾਕਾਰ ਕੀਰਤਨੀਆਂ ਹੋਵੇ ਉਹਨਾਂ ਦਾ ਮਾਣ ਤਾਣ ਜਿਹੜਾ ਵਾ ਉਹ ਦਿਆ ਕਰੋ, ਵਧਾਇਆ ਕਰੋ ਮਾਣ ਤਾਣ। ਸੋ ਬੜੀ ਇਹ ਖੁਸ਼ੀ ਦੀ ਗੱਲ ਆ। ਔਰ ਇਹ ਵੀ ਖੁਸ਼ੀ ਦੀ ਗੱਲ ਆ, ਜਿਸ ਤਰ੍ਹਾਂ ਮੈਂ ਦੱਸਿਆ ਵਰਲਡ ਦੇ ਕੋਨਿਆਂ ਕੋਨੇ 'ਚ ਮੈਂ ਅਮਰੀਕਾ ਦੇ ਵਿੱਚ ਵੇਖਿਆ ਸਨ ਹੋ ਜੇ ਗੁਰਦੁਆਰਾ, ਔਰ ਇਸ ਗੁਰਦੁਆਰੇ ਦੀ ਇਮਾਰਤ ਵੇਖ ਕੇ ਗੁਰੂ ਪਿਆਰਿਓ ਮਾਣ ਵੱਧਦਾ ਵਾ, ਸਿੱਖਾਂ ਦਾ ਤੁਸੀਂ ਮਾਣ ਵਧਾਇਆ। ਜਦੋਂ ਕੋਈ ਚੰਗੇ ਕੰਮ ਕਰਦਾ ਵਾ ਗੁਰੂ ਪਿਆਰਿਓ, ਦੁਨਿਆਵੀ ਔਲਾਦ ਚੰਗੇ ਕੰਮ ਕਰਦੀ ਆ ਅਤੇ ਸਿਹਰਾ ਮਾਪਿਆਂ ਨੂੰ ਜਾਂਦਾ। ਜੇ ਕਦੀ ਔਲਾਦ ਨਸ਼ਾ ਕਰੀ ਆ ਅਤੇ ਉਹ ਵੀ ਮਾਪਿਆਂ ਨੂੰ ਜਾਂਦਾ ਵਾ ਕਿ ਇਹਦੀ ਔਲਾਦ ਇੱਦਾਂ। ਤੁਸੀਂ ਆਪਾਂ ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ ਦੀ ਔਲਾਦ ਹੋ, ਕਿੰਨਾ ਖੁਸ਼ ਹੁੰਦੇ ਹੋਣਗੇ। ਏਡੀ ਵੱਡੀ ਇਮਾਰਤ 7 ਸਮੁੰਦਰਾਂ ਤੋਂ ਪਾਰ ਆਣ ਕੇ ਗੁਰੂ ਪਿਆਰਿਓ, ਜਿਹਦੇ ਵੱਲ ਦਿਲ ਕਰਦਾ ਕਿ ਵੇਖੀ ਚੱਲੀਏ ਗੁਰੂ ਪਿਆਰਿਓ। ਪੰਜਾਬੀ ਦੀ ਕਹਾਵਤ ਆ ਕਿ ਭੁੱਖ ਜਿਹੜੀ ਆ ਉਹ ਵੀ ਲੱਥ ਜਾਂਦੀ ਏਡੀ ਸੋਹਣੀ ਇਮਾਰਤ ਨੂੰ। ਆਮ ਗੁਰਦੁਆਰੇ ਵੇਖੀਦੇ ਆ, ਜੇ ਉੱਥੇ ਵੱਡਾ ਗੁਰਦੁਆਰਾ ਹੋਵੇ ਤਾਂ ਪਾਰਕਿੰਗ ਦੀ ਪ੍ਰੋਬਲਮ ਹੁੰਦੀ ਆ ਅਤੇ ਗਰਾਊਂਡ ਦੀ ਪ੍ਰੋਬਲਮ ਹੁੰਦੀ ਆ। ਇਹ ਗੁਰੂ ਨੇ ਤੁਹਾਡੇ 'ਤੇ ਕਿਰਪਾ ਕੀਤੀ ਗ੍ਰੈਵਜੈਂਟ ਵਾਸੀਓ, ਏਡੀ ਵੱਡੀ ਗਰਾਊਂਡ। ਕੱਲ੍ਹ ਦਾ ਸਪੋਰਟ ਤੁਹਾਡਾ ਖੇਡਾਂ ਵੀ ਕਵਰ ਕੀਤੀਆਂ, ਔਰ ਜਿਹੜਾ ਤੁਹਾਡਾ ਦੂਸਰਾ ਸੀਗਾ ਸਪੋਰਟ ਬਾਕਸਿੰਗ ਵੀ ਕਵਰ ਕੀਤੀ। ਇੰਨੀ ਵੱਡੀ ਤੁਹਾਡੀ ਪਾਰਕਿੰਗ ਆ, ਕਈਆਂ ਨੂੰ ਪਾਰਕਿੰਗ ਲੱਭਦੀ ਨਹੀਂ। ਤੁਸੀਂ ਪਾਰਕਿੰਗ ਜਿਹੜੀ ਆ ਮੰਡੇ ਤੋਂ ਫਰਾਈਡੇ ਤੱਕ ਜਿਹੜੀ ਆ ਕੌਂਸਲ ਨੂੰ ਵੀ ਦਿੰਦੇ ਜੇ, ਅਤੇ ਐਡੀ ਸੋਹਣੀ ਇਮਾਰਤ ਆ। ਇਹਦੇ ਵੱਲੋਂ ਇਹ ਜਿਹੜਾ ਤੁਹਾਨੂੰ ਬਹੁਤ ਬਹੁਤ ਜਿਹੜੀਆਂ ਵਧਾਈਆਂ ਹੋਣ ਗੁਰੂ ਪਿਆਰਿਓ। ਮੈਂ ਉਹੀ ਗੱਲਾਂ ਕਰਦਾ, ਗੁਰੂ ਦੀ ਹਜ਼ੂਰੀ ਜਿਹੜੀਆਂ ਤੁਹਾਨੂੰ 10 20 30 ਵਾਰੀ ਸਿੱਖ ਚੈਨਲ 'ਤੇ ਦਿਖਾਲੀਆਂ ਹੋਣ, ਇਹ ਮੇਰਾ ਪ੍ਰੋਮਿਸ ਆ ਤੁਹਾਡੇ ਨਾਲ। ਸੋ ਗੁਰੂ ਪਿਆਰਿਓ ਸਿੱਖ ਚੈਨਲ ਬੜੀ ਡਿਮਾਂਡ ਸੀ, ਹੁਣ ਆਪਣੇ 3-4 ਚੈਨਲ ਹੋ ਗਏ ਆ, ਇਹ ਵੀ ਤੁਹਾਨੂੰ ਵਧਾਈ ਆ। ਸਾਰੇ ਬਿਜੀ ਆ ਗੁਰੂ ਪਿਆਰਿਓ, ਪਰ ਸਿੱਖ ਚੈਨਲ ਪਹਿਲਾ ਚੈਨਲ ਆ ਅਤੇ ਇਹਨੇ ਪਹਿਲਾਂ ਰਹਿਣਾ। ਜਿੱਥੋਂ ਆਪਾਂ ਹੁਕਮਨਾਮੇ ਸੁਣਦੇ, ਮੈਂ ਵੀ ਸੁਣਦਾ, ਨਾਂ ਕੀ ਲੈਣਾ ਚੈਨਲਾਂ ਦਾ, ਉਹ ਬਾਅਦ 'ਚ ਵੇਖੋ ਕੀ ਹੋਣ ਡਿਆ।
ਉਹਨਾਂ ਚੈਨਲਾਂ ਤੇ ਕੀ ਹੁੰਦਾ। ਗੁਰੂ ਪਿਆਰੋ, ਇਹ ਨਹੀਂ ਗਾ ਕਿ ਮੈਂ ਸਿੱਖ ਚੈਨਲ ਤੇ ਸੇਵਾਦਾਰ ਕਰਦਾ ਤਾਂ ਮੈਂ ਇਹਦੀ ਸਿਫਤ ਕਰੀ ਜਾਵਾਂ। ਗੁਰੂ ਦੀ ਹਜ਼ੂਰੀ 'ਚ ਸੱਚ ਬੋਲਣਾ ਚਾਹੀਦਾ। ਹੁਣ ਮਨਪ੍ਰੀਤ ਸਿੰਘ ਧਾਰੀਵਾਲ ਦੇ ਜਿਹੜੇ ਆ ਸੱਚੇ ਮਾਰਗ ਚੱਲਦੇ ਆ ਉਸ ਤੱਕ ਕਰੇ ਜਹਾਨ, ਜੇ ਆਖੀਏ ਚੰਗਾ ਨੌਜਵਾਨ ਹੈ ਤਾਂ ਕੋਈ ਮਾੜੀ ਗੱਲ ਨਹੀਂ। ਜੇ ਅਸੀਂ ਚੰਗਾ ਕਵਾਂਗੇ ਤਾਂ ਹੋਰ ਨੌਜਵਾਨ ਵਰਲਡ ਦੇ ਵਿੱਚ ਵੀ ਅੱਗੇ ਆਉਣਗੇ। ਸੋ ਸਿੱਖ ਚੈਨਲ ਪਹਿਲਾ ਚੈਨਲ ਆ ਜਿਹੜਾ ਸਿਰਫ ਗੁਰੂ ਗ੍ਰੰਥ ਤੇ ਪੰਥ ਦੀ ਗੱਲ ਕਰਦਾ, ਕੋਈ ਨੱਚਣ ਟੱਪਣ ਦੇ ਪ੍ਰੋਗਰਾਮ ਨਹੀਂ ਦਿੰਦਾ। ਮੈਂ ਜਦੋਂ ਜਾਣਾ ਮਾਵਾਂ ਗਲਵੱਕੜੀ 'ਚ ਲੈ ਲੈਂਦੀਆਂ, ਭੈਣਾਂ ਧੰਨਵਾਦ ਕਰਦੀਆਂ, ਉਹ ਕਹਿੰਦੀਆਂ ਭੈਣਾਂ ਵੀਰਾ ਮੇਰੇ ਘਰ ਵਾਲਾ ਸ਼ਰਾਬ ਪੀਂਦਾ ਸੀ, ਬੱਚੇ ਸਕੂਲੇ ਨਹੀਂ ਸੀ ਜਾਂ ਜਿੱਥੇ ਕਲੇ ਕਲੇਸ਼ ਹੋਤੇ ਬੱਚਿਆਂ ਨੇ ਕੀ ਪੜ੍ਹਨਾ। ਉਹ ਕਹਿੰਦੀਆਂ ਸਿੱਖ ਚੈਨਲ ਵੇਖ ਕੇ ਦੇ ਮਨ 'ਚ ਪਤਾ ਨਹੀਂ ਕਿਹੜਾ ਸ਼ਬਦ ਵਸ ਗਿਆ, ਅੰਮ੍ਰਿਤਧਾਰੀ ਹੋ ਗਿਆ, ਬੱਚੇ ਵੀ ਅੰਮ੍ਰਿਤਧਾਰੀ ਹੋ ਗਿਆ। ਇੱਕ ਨਹੀਂ ਹਜ਼ਾਰਾਂ ਹੀ ਗੁਰੂ ਪਿਆਰਿਓ ਬੱਚਿਆਂ ਦੇ ਸਿਰਾਂ ਦੇ ਉੱਤੇ ਗੁਲਾਬ ਦੇ ਫੁੱਲਾਂ ਵਰਗੇ ਜੁੜੇ ਹਜ਼ਾਰਾਂ ਪ੍ਰਾਣੀ ਜਿਹੜੇ ਆ ਅੰਮ੍ਰਿਤ ਛਕ ਲਿਆ ਉਹਨਾਂ। ਸਿੱਖ ਚੈਨਲ ਦੀ ਸਾਨੂੰ ਜਿਹੜੀ ਆ ਸਪੋਰਟ ਕਰਨੀ ਇਹ ਸਾਡਾ ਫਰਜ਼ ਆ। ਔਰ ਗੁਰੂ ਪਿਆਰਿਓ ਘਰ ਘਰ ਅੰਦਰ ਧਰਮਸਾਲ ਬਣਾਤੀ ਆ। ਏਕਤਾ ਰੂਪੀ ਸੰਥਿਆ ਰੂਪੀ ਸਹਿਜ ਪਾਠ ਜਿਹੜਾ ਰੋਜ਼ਾਨਾ ਹੀ ਗੁਰੂ ਪਿਆਰਿਓ ਸਵੇਰੇ 9 ਵਜੇ ਚੱਲਦਾ ਵਾ ਤੇ ਸ਼ਾਮ ਨੂੰ 7:30 ਵਜੇ ਉਹ ਅਸੀਂ ਸਾਰਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂਰਪ ਭਰ ਦੇ ਵਿੱਚੋਂ ਮੈਂ ਖੁਦ ਨਾਲ ਗਿਆ 20-25 ਮਿੰਟ ਦਾ ਐਪੀਸੋਡ ਬਣਾਇਆ ਵਾ। ਗੁਰੂ ਪਿਆਰਿਓ ਆਪਾਂ ਚੱਲ ਜਾਣਾ ਵਾ। ਇਹ ਜਿਹੜਾ ਪਾਠ ਆ ਇਹ YouTube ਦੇ ਉੱਤੇ ਤੇ ਫੇਸਬੁੱਕ ਦੇ ਉੱਤੇ ਨਿਰੰਤਰ ਰਹਿੰਦੀ ਦੁਨੀਆ ਤੱਕ ਇਹ ਰਹੂਗਾ। ਗੁਰੂ ਪਿਆਰਿਓ ਆਪਾਂ ਆਪਣੇ ਬੱਚਿਆਂ ਨੂੰ ਜਿਹੜਾ ਵਾ ਇਹ ਗੁਰਬਾਣੀ ਨਾਲ ਜੋੜੀਏ। ਇੱਕ ਮੈਂ ਬੇਨਤੀ ਕਰਦਾ ਵਾਂ ਗੁਰੂ ਪਿਆਰਿਓ, ਕਿਤੇ ਨਾ ਕਿਤੇ ਅਸੀਂ ਬੜੇ ਕਸੂਰਵਾਰ ਆ। ਮੈਂ ਵੀ ਤੁਹਾਡੇ ਵਿੱਚ ਆ। ਵੇਖੋ ਹੁਣ ਕ੍ਰਿਸਮਸ ਮਨਾਈ, ਆਪਾਂ ਮਨਾਉਣੀ ਚਾਹੀਦੀ ਆ। 6-6 ਮਹੀਨੇ 8-8 ਮਹੀਨੇ ਪਹਿਲਾਂ ਸਾਨੂੰ ਪਤਾ ਕ੍ਰਿਸਮਸ ਆ ਰਹੀ ਆ। ਬੜੇ ਦੁੱਖ ਨਾਲ ਮੈਂ ਕਹਿੰਦਾ ਕਿਸੇ ਨੂੰ ਇਹ ਨਹੀਂ ਪਤਾ ਵੀ ਸਾਡੇ ਵੱਡੇ ਸਾਹਿਬਜ਼ਾਦਿਆਂ ਦਾ ਛੋਟੇ ਸਾਹਿਬਜ਼ਾਦਿਆਂ ਦੇ ਜਿਹੜੇ ਆ ਉਹ ਦਿਹਾੜੇ ਆ ਰਹੇ ਆ। ਕੀ ਅਸੀਂ ਕਸੂਰਵਾਰ ਨਹੀਂ? ਮਾਵਾਂ ਕਸੂਰਵਾਰ ਨਹੀਂ? ਜੇ ਅਸੀਂ ਕ੍ਰਿਸਮਸ ਦੱਸਦੇ ਹਾਂ ਮਨਾਉਣੀ ਚਾਹੀਦੀ ਇਹਨਾਂ ਦੇਸ਼ਾਂ ਦੇ ਵਿੱਚ, ਕਿਉਂ ਨਹੀਂ ਇਹ ਆਪਣਾ ਇਤਿਹਾਸ ਦੱਸਦੇ? ਕਿੱਡਾ ਸਾਡਾ ਇਤਿਹਾਸ, ਸਾਡੇ ਸਿੱਖ ਕੌਮ ਨਾਲ ਦਾ ਇਤਿਹਾਸ ਦੁਨੀਆ ਭਰ ਦੇ ਵਿੱਚ ਹੈ ਨੀਗਾ। ਗੁਰੂ ਪਿਆਰਿਓ ਪਿੱਛੇ ਮਾਵਾਂ ਚਰਖਾ ਕੱਤਦੀਆਂ ਹੁੰਦੀਆਂ ਸੀ। ਆ ਮੇਰੀ ਉਮਰ ਦੇ ਪੰਜਾਬ ਚੋਂ ਆਏ ਆ, ਉਹ ਸਤੀਰੀਆਂ ਵਾਲੀਆਂ ਛੱਤਾਂ ਹੁੰਦੀਆਂ ਸੀ, ਉੱਥੇ ਚਰਖੇ ਕੱਤਣੇ ਔਰ ਉੱਥੇ ਰਿਸ਼ਤੇਦਾਰਾਂ ਨੇ ਸੋਣਾ। ਮਾਵਾਂ ਨੇ ਬਾਬੇ ਦੀਪ ਸਿੰਘ ਦੀਆਂ ਕਥਾ ਸੁਣਾਉਣੀਆਂ, ਭਾਈ ਤਾਰੂ ਸਿੰਘ ਦੀਆਂ ਕਥਾ ਸੁਣਾਉਣੀਆਂ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਸੁਣਾਉਣੀਆਂ। ਗੁਰੂ ਪਿਆਰਿਓ ਅੱਜ ਕਿੱਥੇ ਗਈਆਂ ਸਾਡੀਆਂ ਮਾਵਾਂ? ਅੱਜ ਕੱਲ੍ਹ ਤੇ ਗੁਰੂ ਪਿਆਰਿਓ ਜਦੋਂ ਘਰ ਜਾਈਦਾ ਤੇ ਕਿਤੇ ਆਖਦੀ ਹੈ ਬੀਬੀਆਂ ਨੂੰ ਪ੍ਰਸ਼ਾਦਾ ਲਾ ਦਿਓ, ਕਹਿੰਦੀਆਂ 15 ਮਿੰਟ ਰਹਿੰਦੇ ਮੇਰੇ ਨਾਟਕ ਦੇ ਵਿੱਚ, ਉਹ ਜਦੋਂ ਪੂਰਨ ਹੋਊਗਾ ਪੂਰਾ ਤਾਂ ਫਿਰ ਮੈਂ ਪ੍ਰਸ਼ਾਦਾ ਲਾ ਦੂੰਗੀ। ਇਹ ਸਾਡੀ ਹਾਲਾਤ ਆ। ਨਾਟਕ ਵੀ ਵੇਖੋ, ਜੁਗ ਜੁਗ ਵੇਖੋ, ਪਰ ਬੱਚਿਆਂ ਨੂੰ ਆਪਣਾ ਇਤਿਹਾਸ ਜ਼ਰੂਰ ਸੁਣਾਓ। ਸੋ ਗੁਰੂ ਪਿਆਰਿਓ ਸਿੱਖ ਚੈਨਲ ਬੜਾ ਉਪਰਾਲਾ ਕਰ ਰਿਹਾ ਵਾ ਸਿੱਖੀ ਦੇ ਵਿੱਚ। ਸੋ ਤੁਹਾਡਾ ਵੀ ਇਹ ਸਹਿਯੋਗ ਬਣਦਾ, ਤੁਹਾਡਾ ਇਹ ਅਖਲਾਕੀ ਫਰਜ਼ ਬਣਦਾ ਵਾ। ਇਹ ਨਹੀਂ ਮੈਂ ਕਹਿੰਦਾ ਸਿੱਖ ਚੈਨਲ ਜਿਹੜਾ ਵੀ ਦੁਨੀਆ ਤੇ ਚੰਗੇ ਕੰਮ ਕਰਦਾ, ਭਾਈ ਮਨਪ੍ਰੀਤ ਸੀ ਚੰਗੇ ਕੰਮ ਕੀਤੇ, ਉਹਨੂੰ ਤੁਹਾਨੂੰ ਸੇਵਾ ਦੇ ਦਿੱਤੀ ਗੁਰੂ ਪਿਆਰਿਓ। ਸੋ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਤੁਸੀਂ ਵੇਖੋ, ਤੁਸੀਂ ਪਛਾਣੋ। ਮੈਂ ਵਰਲਡ ਦੇ ਕੋਨੇ-ਕੋਨੇ ਜਾਣਾ ਗੁਰੂ ਪਿਆਰਿਓ, ਮੈਂ ਰਸੀਦ ਕੱਢਦਾ ਵਾਂ ਜਦੋਂ ਕੋਈ ਪੈਸਾ ਦਿੰਦਾ, ਚਾਹੇ 1 ਪੌਂਡ ਚਾਹੇ 1 ਪੈਨੀ। ਇਹ ਤੁਹਾਨੂੰ ਮੈਂ ਦੱਸਾਂ ਰਸੀਦ ਹਰ ਕੋਈ ਕੱਟ ਕੇ ਦੇ ਸਕਦਾ ਜੀ। ਤੁਹਾਨੂੰ ਮੈਂ ਸੂਚਿਤ ਕਰਦਾ, ਜਿੱਥੇ ਮੈਂ ਰਸੀਦ ਕੱਟ ਕੇ ਦੇਣਾ ਗੁਰੂ ਪਿਆਰਿਓ, ਮੈਂ ਪ੍ਰੋਮਿਸ ਕੀਤਾ ਵਾ ਕਿ ਜਿਹੜਾ ਤੁਹਾਡਾ ਤਿਲ ਫੁੱਲਿਆ ਮੈਂ ਜਾ ਕੇ ਜਿੱਥੇ ਪੈਸੇ ਦੇਣਾ ਵਾ ਉਹ ਤੁਹਾਨੂੰ ਦਿਖਾ ਲਾਂ। ਤੁਸੀਂ ਹੁਣੇ ਹੀ ਆਪਣੀ YouTube ਖੋਲੋ ਮੋਬਾਈਲ ਤੋਂ ਜਾਂ ਘਰ ਜਾ ਕੇ। ਗੁਰੂ ਪਿਆਰਿਓ ਮੈਂ ਇੱਕ ਦਿਨ 'ਚ 10 ਸ਼ਹੀਦਾਂ ਦੇ ਪਰਿਵਾਰਾਂ ਕੋਲ ਜਾਣਾ, ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ। ਤੁਹਾਡੇ ਮੋਬਾਈਲ ਤੁਹਾਡੇ ਹੱਥਾਂ 'ਚ ਆ। ਔਰ ਜਿਹੜੇ ਕਿਸਾਨ ਖੁਦਕੁਸ਼ੀਆਂ ਕਰਦੇ ਉੱਥੇ ਜਾਂਦੇ, ਜਿੱਥੇ ਫਲੱਡ ਆ ਗਿਆ ਉੱਥੇ ਜਾਂਦੇ। ਗੁਰੂ ਪਿਆਰਿਓ ਤੁਹਾਡੀ ਦਿੱਤੀ ਮਾਇਆ YouTube ਦੇ ਉੱਤੇ ਪਾ ਕੇ ਸਿੱਖ ਚੈਨਲ 'ਤੇ ਦਿਖਾਲਦੇ ਆ। ਇੱਕ ਪੰਜਾਬੀ ਦੀ ਕਹਾਵਤ ਆ ਕਿ ਮੱਕਿਓਂ ਪਰਾਂ ਜਾੜੇ ਤੋਂ ਬਾਅਦ ਮੈਂ ਕੁਛ ਨਹੀਂ ਕਰ ਸਕਦਾ। ਮੈਂ ਜਿੰਨਾ ਚਿਰ ਵੀ ਸਿੱਖ ਚੈਨਲ 'ਤੇ ਸੇਵਾਦਾਰ ਰਹੂੰਗਾ, ਜਿਹੜੀ ਪਾਈ ਦਾ ਹਿਸਾਬ ਮੈਂ ਦਊਂਗਾ। ਔਰ ਸਾਡੇ 'ਚ ਇਹ ਵੀ ਬੜੀ ਕਮੀ ਆ ਕਿ ਅਸੀਂ ਪੁੱਛਦੇ ਨਹੀਂ, ਅਸੀਂ ਸੇਵਾ ਦੇ ਦਿੰਦੇ ਹਾਂ। ਅਸੀਂ ਮੁੜ ਕੇ ਪੁੱਛਦੇ ਨਹੀਂ ਜਦੋਂ ਕੋਈ ਬੁਲਾਰਾ ਆਉਂਦਾ। ਮੇਰੇ ਵਰਗਾ ਜਗਤਾਰ ਸਿੰਘ ਪਿਛਲੀ ਵਾਰੀ ਆਇਆ ਇੰਨੀ ਸੇਵਾ ਦਿੱਤੀ, ਸਾਨੂੰ ਪ੍ਰੂਫ ਦਿਖਾ ਤੂੰ ਕਿੱਥੇ ਖਰਚੀ ਆ। ਇਹ ਤੁਹਾਡਾ ਫਰਜ਼ ਆ। 10 ਨੌਆਂ ਦੀ ਖੂਨ ਪਸੀਨੇ ਦੀ ਕਮਾਈ ਪੁੱਛਿਆ ਕਰੋ। ਸੋ ਬਹੁਤ ਬਹੁਤ ਧੰਨਵਾਦ ਹੈ ਇਹ ਜਿਹੜੀ ਤੁਸੀਂ ਚੋਣ ਕੀਤੀ ਆ ਨੌਜਵਾਨ ਦਾ। ਹੋਰ ਵੀ ਨੌਜਵਾਨ ਜਿਹੜੇ ਆ ਬੜੀ ਰੰਗਣਾ ਆ ਰਹੀ ਆ। ਇਟਲੀ ਦੇ ਵਿੱਚ, ਯੂਰਪ ਭਰ ਦੇ ਵਿੱਚ, ਕੈਨੇਡਾ, ਅਮਰੀਕਾ ਦੇ ਵਿੱਚ, ਸਮੈਦਕ ਦੇ ਵਿੱਚ ਵੀ ਨੌਜਵਾਨ ਜਿਹੜੀਆਂ ਕਮੇਟੀਆਂ ਬਣ ਰਹੀਆਂ ਵਾ। ਇਹ ਇੱਕ ਸਾਡੇ ਇਹ ਚੰਗੇ ਭਾਗਾਂ ਦੀ ਨਿਸ਼ਾਨੀ ਆ। ਸੋ ਜਿਹੜਾ ਚੰਗੇ ਕੰਮ ਕਰਦਾ ਇਹਨਾਂ ਦਾ ਸਾਥ ਦਿਆ ਕਰੋ। ਬਜ਼ੁਰਗਾਂ ਨੂੰ ਵੀ ਨਾਲ ਰੱਖਣਾ ਬੜਾ ਵਾ। ਬਜ਼ੁਰਗ ਜਿਹੜੇ ਬੋਰਡ ਦੀ ਛਾਂ ਹੁੰਦੇ ਆ, ਜੋ ਇਹਨਾਂ ਦੇ ਕੋਲ ਨੁਕਤੇ ਹੁੰਦੇ ਆ, ਉਹ ਜੇ ਨੌਜਵਾਨਾਂ ਦੇ ਕੋਲ ਨਹੀਂ ਹੁੰਦੇ। ਇਹ ਨਹੀਂ ਕਿ ਈਰਖਾਬਾਜੀ 'ਚ ਜੇ ਤੁਸੀਂ ਪਿਛਾਂ ਆਪਣੀ ਮਰਜ਼ੀ ਨਾਲ ਹਟ ਜੇ ਕਿਸੇ ਦੀ ਠਿੱਬੀ ਲਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ, ਕਿਸੇ ਦੀ ਪੱਖਬਾਜੀ ਨਾ ਕਰਿਆ ਕਰੋ ਕਿ ਇਹ ਬੰਦਾ ਇੱਕ ਟੱਬਰ ਦਾ ਆ ਗਿਆ ਵਾ। ਇਹ ਵੇਖਿਆ ਕਰੋ ਇਹ ਬੰਦਾ ਕੀ ਕੀਤਾ ਇਹਨੇ ਤੇ ਕੀ ਕਰੂਗਾ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਥੱਲੇ ਸਾਡਾ ਟੇਬਲ ਲੱਗਾ ਵਾ ਗੁਰੂ ਪਿਆਰਿਓ, ਡਾਇਰੈਕਟ ਡੈਬਿਟ ਭਰੋ। ਡਾਇਰੈਕਟ ਡੈਬਿਟ ਜਿਹੜੇ ਤੁਸੀਂ ਭਰਦੇ ਜੇ 5 ਜਾਂ 10 ਪਾਉਂਡ ਦੇ ਫਾਰਮ, ਉਹ ਜਦੋਂ ਫਲੱਡ ਆ ਗਿਆ ਸੀ ਸਰਕਾਰਾਂ ਮਦਦ ਨਹੀਂ ਕੀਤੀ। ਸਾਰਿਆਂ ਹੀ ਆਪਣੇ ਜਿਹੜੇ ਡਿਪਾਰਟਮੈਂਟ ਆ, ਜਿਹੜੇ ਚੈਨਲ ਆ, ਜਿਹੜੀਆਂ ਆਪਣੀਆਂ ਸੰਸਥਾ, ਉਹਨਾਂ ਨੇ ਮਦਦ ਕੀਤੀ। ਸੋ ਡਾਇਰੈਕਟ ਡੈਬਿਟ ਭਰੋ। ਵੱਧ ਤੋਂ ਵੱਧ ਸਿੱਖ ਚੈਨਲ ਦੀ ਸਪੋਰਟ ਕਰੋ ਜੇ ਤੁਸੀਂ ਚਾਹੁੰਦੇ ਜੇ ਤੁਹਾਨੂੰ ਪਤਾ ਕਿ ਸਿੱਖ ਚੈਨਲ ਚੰਗੇ ਕੰਮ ਕਰ ਰਿਹਾ। ਮੇਰੇ ਤੇ ਨਾ ਵੇਖੋ ਤੁਸੀਂ ਜਗਤਾਰ ਸਿੰਘ ਬੋਲਦਾ। ਗੁਰੂ ਪਿਆਰਿਓ ਮੈਂ ਕਨਮਾਣਾ ਜਾਂ ਸਿੱਖ ਹੋਣ ਦੇ ਨਾਤੇ ਜਿਹੜੀਆਂ ਗੱਲਾਂ ਤੁਹਾਨੂੰ ਵਿਖਾਲੀਆਂ, ਮੈਂ ਕਹਿੰਦਾ
ਕਿ ਸਿੱਖ ਚੈਨਲ ਪਹਿਲਾ ਚੈਨਲ ਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿੰਦੇ ਰੇਡੀਓ ਦੇ ਦਿਓ, ਸਮੇਂ ਦੀ ਹਕੂਮਤ ਨੇ ਨਹੀਂ ਦਿੱਤਾ, ਜੇ ਸੱਥ ਜੋਰ ਕਰ ਵੇਖੇ ਸੋਏ। ਸੋ ਗੁਰੂ ਪਿਆਰਿਓ, ਅੱਜ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਅੱਗਾਂ ਲੱਗ ਰਹੀਆਂ, ਗੁਰੂ ਹਾਰੇ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ। ਕੀ ਸਿੱਖਿਆ ਆਪਣੇ ਰਾਮ ਰਾਏ ਮੁੰਡੇ ਨੂੰ ਕਿਹਾ, ਜਾ ਜਿੱਧਰ ਮੂੰਹ ਉਧਰ ਚੱਲ ਜਾ, ਜੇ ਤੂੰ ਗੁਰੂ ਦੀ ਤੁਕ ਬਦਲਾਤੀ ਆ ਔਰ ਦਿੱਲੀ ਦੀ ਜਿਹੜੀ ਆ ਤੂੰ ਚਾਪਲੂਸੀ ਕਰਦਾ, ਇਹ ਸਾਨੂੰ ਨਹੀਂ ਪਾਉਂਦੀ। ਨਾ ਆਪਣੇ ਮੁੰਡੇ ਦੀ ਮੰਨੀ, ਨਾ ਰਾਜੇ ਔਰੰਗਜ਼ੇਬ ਦੀ ਪਰਵਾਹ ਕੀਤੀ। ਅੱਜ ਸਾਡੇ ਲੀਡਰ ਦਿੱਲੀ ਦੀ ਚਾਪਲੂਸੀ ਕਰਨ ਡਏ ਆ, ਪਰ ਉਹਨਾਂ ਦਾ ਉਹ ਹਾਲ ਹੋਣਾ ਜਿਹੜਾ ਚੰਦੂ ਦਾ ਲਾਹੌਰ ਦੇ ਬਾਜ਼ਾਰਾਂ 'ਚ ਨੱਥ ਪਾ ਕੇ ਹੋਇਆ ਸੀਗਾ। ਗੁਰੂ ਪਿਆਰਿਓ, ਗੁਰੂ ਘਰ ਦੇ ਵਿੱਚ ਦੇਰ ਆ, ਅੰਧੇਰ ਨਹੀਂ ਹੈਗੀ ਗੁਰੂ ਪਿਆਰਿਓ। ਸੋ ਗੁਰੂ ਬੜਾ ਬੇਅੰਤ ਆ, ਬਿਨ ਬੋਲਿਆ ਸਭ ਕੁਝ ਜਾਣਦਾ, ਕਿ ਆਗੇ ਕੀ ਚੇਰਦਾਸ ਹੋਈਆਂ ਪੁੱਲਾਂ ਚੁੱਕਾਂ ਦੀ ਮਾਫੀ। ਇੱਥੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਇੱਥੇ ਦੇ ਮੈਨੇਜਮੈਂਟ ਦਾ, ਸਭ ਤੋਂ ਜ਼ਿਆਦਾ ਸਾਧ ਸੰਗਤ ਦਾ, ਤੇ ਸਭ ਤੋਂ ਜ਼ਿਆਦਾ ਬਾਪੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਹੈ। ਜ਼ਰੂਰ ਥੱਲੇ ਆਪਣਾ ਦਸਵੰਧ ਤਿਲ ਫੁੱਲ ਜ਼ਰੂਰ ਦੇ ਕੇ ਜਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਸਿੱਖ ਚੈਨਲ ਵੱਲੋਂ ਸਰਦਾਰ ਜਗਤਾਰ ਸਿੰਘ ਜੀ ਨਿੱਜਰ, ਜਿਨ੍ਹਾਂ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਹੋਰ ਆਪਣੇ ਚਰਨਾਂ 'ਚ ਬੇਨਤੀ ਹੈ, ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਅੱਜ ਆਪਾਂ ਸਾਰੇ ਨੌਜਵਾਨਾਂ ਨੂੰ ਆਪਾਂ ਮੋਹਰੇ ਫਿਰ ਨਾਲ ਲੈ ਕੇ ਚੱਲੇ ਆ। ਆਪਾਂ ਇਹਨਾਂ ਨੂੰ ਮੋਹਰੇ ਕੀਤਾ। ਅੱਜ ਆਪਣਾ ਮੌਕਾ ਸੇਵਾਦਾਰ ਜਿਹੜਾ ਆ, ਉਹ ਵੀ ਸਾਰੇ ਯੂਥ ਜਿੰਨਾ ਵੀ ਸੀਗਾ ਸਾਰੇ ਇਕੱਠੇ ਹੋ ਕੇ ਨੇ ਬਹੁਤ ਜ਼ੋਰ ਲਾਇਆ ਅਤੇ ਉਹ ਮੁੱਖ ਸੇਵਾਦਾਰ ਵੀ ਬਣਿਆ। ਇਸੇ ਤਰ੍ਹਾਂ 1982, 83, 84 ਜੋ ਵੀ ਉਸ ਵੇਲੇ ਆਪਾਂ ਨੂੰ ਪਤਾ ਜਿਹੜਾ ਸੰਘਰਸ਼ ਉਸ ਵੇਲੇ ਚੱਲਿਆ ਸੀਗਾ, ਉਸ ਵੇਲੇ ਵੀ ਸਿੱਖ ਨੌਜਵਾਨ ਉਹਨਾਂ ਨੇ ਜੋ ਸੰਘਰਸ਼ ਦੇ ਵਿੱਚ ਹਿੱਸਾ ਪਾਇਆ। ਅੱਜ ਨਕੋਦਰ ਦੇ ਸਾਕੇ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਕਾਲਜ ਦੇ ਵਿੱਚ ਨੌਜਵਾਨਾਂ ਨੂੰ ਜਿਹੜੇ ਸਾਡੇ ਸ਼ਹੀਦ ਭਾਈ ਬਲਤੀਰ ਸਿੰਘ ਜੀ, ਸ਼ਹੀਦ ਭਾਈ ਝਲਮਣ ਸਿੰਘ ਜੀ, ਸ਼ਹੀਦ ਭਾਈ ਰਵਿੰਦਰ ਸਿੰਘ ਜੀ, ਸ਼ਹੀਦ ਭਾਈ ਹਰਮਿੰਦਰ ਸਿੰਘ ਜੀ, ਜਿਨ੍ਹਾਂ ਨੇ ਇੱਕ ਸ਼ਾਂਤੀਪੂਰਵਕ ਜੋ ਉੱਥੇ ਆਪਣਾ ਰੋਸ ਪ੍ਰਗਟਾਵਾ ਕਰਦੇ ਸੀ, ਉਹਨਾਂ ਨੂੰ ਉਸ ਵੇਲੇ ਦੀ ਹਕੂਮਤ ਨੇ ਜਿਹੜਾ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸੀ। ਅੱਜ ਉਹਨਾਂ ਨੂੰ ਵੀ ਅਸੀਂ ਯਾਦ ਕਰਦੇ ਹਾਂ, ਜਿਹੜਾ ਨਕੋਦਰ ਦੇ ਵਿੱਚ ਜੋ ਭਾਣਾ ਵਰਤਿਆ ਸੀ, ਜੋ ਸਾਕਾ ਹੋਇਆ ਸੀਗਾ। ਅਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉਸ ਤੋਂ ਬਾਅਦ ਜਿਹੜੇ ਨਤੀਜੇ ਭੁਗਤਣੇ ਪਏ, ਪਰ ਉਹਦਾ ਜਿਹੜਾ ਲਾਹਾ ਸਾਡੇ ਲੀਡਰਾਂ ਲਿਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਸ ਤੋਂ ਬਾਅਦ ਦੀਪੇ ਹੇਰਾਂ ਵਰਗੇ ਵੀ ਪੈਦਾ ਹੋਏ, ਹੋਰ ਵੀ ਬਥੇਰੇ ਪੈਦਾ ਹੋਏ। ਇਹ ਸਾਰੀ ਜਿਹੜਾ ਆਪਾਂ ਨੂੰ ਉਹਨਾਂ ਨੂੰ ਵੀ ਨਹੀਂ ਭੁੱਲਣਾ ਚਾਹੀਦਾ। ਉਸ ਵੇਲੇ ਵੀ ਜਿਹੜੇ ਨੌਜਵਾਨ ਇੱਥੇ ਵੀ ਦੁਨੀਆ, ਬਾਹਰਲੀ ਦੁਨੀਆ ਦੇ ਵਿੱਚ ਵੀ ਉਸ ਵੇਲੇ ਦੀ ਜਿਹੜੀ ਸਾਡੀ ਵੀ ਏਜ ਸੀਗੀ, ਉਸ ਵੇਲੇ ਹੋਰ ਵੀ ਜਿਹੜੇ ਯੂਥ ਸੀਗਾ, ਉਸ ਵੇਲੇ ਵੀ ਉਹਨਾਂ ਨੂੰ ਵੀ ਦੁੱਖ ਲੱਗਾ ਸੀ। ਉਹਨਾਂ ਨੇ ਵੀ ਕਾਫੀ ਇਸ ਸੰਘਰਸ਼ ਵਿੱਚ ਹਿੱਸਾ ਪਾਇਆ। ਅਸੀਂ ਸਾਰਿਆਂ ਦੇ ਧੰਨਵਾਦ ਹਾਂ। ਅਸੀਂ ਉਹਨਾਂ ਸ਼ਹੀਦਾਂ ਨੂੰ ਲੱਖ ਲੱਖ ਪ੍ਰਣਾਮ ਕਰਦੇ ਹਾਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਪ੍ਰਸ਼ਾਦ ਲੈਣ ਤੋਂ ਉਪਰੰਤ ਗੁਰੂ ਕੇ ਲੰਗਰ ਛਕ ਕੇ ਜਾਣਾ। ਸਿੱਖ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।